वेलकम स्टूडेंट्स ऑनलाइन एजुकेशन चैनल एडुकेसी एजुकेशन फॉर ऑल विच मैं डोगर सिंह ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ 9ਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਆਇ 2 ਦਾ ਦੂਜਾ ਭਾਗ ਅਧਿਆਇ ਦਾ ਨਾਮ ਹੈ ਚੈਪਟਰ ਦਾ ਨਾਮ ਹੈ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਇਜ਼ ਮੈਟਰ ਅਰਾਊਂਡ ਅਸ ਪਿਓਰ ਕਰਾਂਗੇ। ਇਸ ਦਾ ਪਹਿਲਾ ਭਾਗ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਅੱਜ ਅਸੀਂ ਦੂਜਾ ਭਾਗ ਪੜ੍ਹਨ ਜਾ ਰਹੇ ਹਾਂ। ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ। ਲੈਸਨ ਦਾ ਨਾਮ ਮਿਸ਼ਰਣ ਦੇ ਘਟਕਾਂ ਦਾ ਨਿਖੇੜਨ। ਬੱਚਿਓ ਜੋ ਲੈਸਨ ਦਾ ਦੂਜਾ ਭਾਗ ਹੈ ਇਹ ਭਾਗ ਹੈ ਇਸ ਵਿੱਚ ਅਸੀਂ ਮੁੱਢਲੇ ਤੌਰ ਤੇ ਨਿਖੇੜਨ ਵਿਧੀਆਂ ਬਾਰੇ ਹੀ ਪੜਾਂਗੇ। ਅਸੀਂ ਪੜ੍ਹ ਚੁੱਕੇ ਹਾਂ ਕਿ ਆਮ ਤੌਰ ਤੇ ਕੁਦਰਤੀ ਪਦਾਰਥ ਰਸਾਇਣਿਕ ਤੌਰ ਤੇ ਸ਼ੁੱਧ ਨਹੀਂ ਹੁੰਦੇ। ਅਸੀਂ ਪਹਿਲੇ ਭਾਗ ਵਿੱਚ ਜਾਣ ਚੁੱਕੇ ਹਾਂ ਕਿ ਜੋ ਆਮ ਕਰਕੇ ਕੁਦਰਤੀ ਪਦਾਰਥ ਜੋ ਹੁੰਦੇ ਹਨ ਉਹ ਮਿਸ਼ਰਣ ਹੁੰਦੇ ਹਨ, ਉਹ ਸ਼ੁੱਧ ਨਹੀਂ ਹੁੰਦੇ। ਮਿਸ਼ਰਣ ਵਿੱਚੋਂ ਘਟਕਾਂ ਨੂੰ ਵੱਖ ਕਰਨ ਲਈ ਕਈ ਪ੍ਰਕਾਰ ਦੀਆਂ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਵੱਖ ਕਰਨ ਨਾਲ ਮਿਸ਼ਰਣ ਦੇ ਹਰੇਕ ਘਟਕ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਵਰਤਣਾ ਆਸਾਨ ਹੋ ਜਾਂਦਾ ਹੈ। ਬਿਖਮੰਗੀ ਮਿਸ਼ਰਣ ਨੂੰ ਸਧਾਰਨ ਭੌਤਿਕ ਕਿਰਿਆ ਦੁਆਰਾ ਵੱਖ ਕੀਤਾ ਜਾ ਸਕਦਾ ਹੈ, ਜਿਵੇਂ ਹੱਥ ਨਾਲ ਚੁਣ ਕੇ ਵੱਖ ਕਰਨਾ, ਛਾਣਨੀ ਨਾਲ ਛਾਣ ਕੇ, ਜਿਹੜੇ ਅਸੀਂ ਹਰ ਰੋਜ਼ ਵਰਤੋਂ ਵਿੱਚ ਲਿਆਉਂਦੇ ਹਾਂ। ਕਦੇ-ਕਦੇ ਮਿਸ਼ਰਣ ਵਿੱਚੋਂ ਘਟਕਾਂ ਨੂੰ ਵੱਖ ਕਰਨ ਲਈ ਵਿਸ਼ੇਸ਼ ਤਕਨੀਕਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਵਿਸ਼ੇਸ਼ ਤਕਨੀਕਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਤੁਸੀਂ ਆ ਦੇਖ ਸਕਦੇ ਹੋ ਬੱਚਿਓ, ਚਿੱਤਰ ਤੁਹਾਡੇ ਸਾਹਮਣੇ ਹੈ। ਇਹ ਕੁਝ ਟੌਫੀਆਂ ਮਿਠਾਈਆਂ ਦਾ ਮਿਸ਼ਰਣ ਜੋ ਕਿ ਤੁਹਾਡੇ ਸਾਹਮਣੇ ਹੈ। ਇਸ ਨੂੰ ਤੁਸੀਂ ਅੱਖਾਂ ਨਾਲ ਦੇਖ ਕੇ ਹੀ ਪਤਾ ਲਗਾ ਸਕਦੇ ਹੋ ਕਿ ਕਿੰਨੇ ਤਰ੍ਹਾਂ ਦੀਆਂ ਮਿਠਾਈਆਂ ਮਿਕਸ ਕੀਤੀਆਂ ਗਈਆਂ ਹਨ ਅਤੇ ਇਹਨਾਂ ਨੂੰ ਤੁਸੀਂ ਹੱਥਾਂ ਨਾਲ ਚੁੱਕ ਕੇ ਅਲੱਗ ਕਰ ਸਕਦੇ ਹੋ, ਇਹਨਾਂ ਦਾ ਨਿਖੇੜਨ ਕਰ ਸਕਦੇ ਹੋ। ਸੋ ਇਹ ਐਗਜ਼ਾਮਪਲ ਹੈ ਜੋ ਤੁਹਾਨੂੰ ਇੱਥੇ ਦਿੱਤਾ ਗਿਆ ਹੈ ਬਿਖਮੰਗੀ ਮਿਸ਼ਰਣ ਦੀ, ਜਿਸ ਨੂੰ ਕਿ ਅਸੀਂ ਭੌਤਿਕ ਤੌਰ ਤੇ ਦੇਖ ਕੇ ਅਤੇ ਹੱਥਾਂ ਨਾਲ ਚੁਣ ਕੇ ਵੱਖ ਕਰ ਸਕਦੇ ਹਾਂ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਰੰਗ ਵਾਲੇ ਘਟਕ ਡਾਈ ਨੂੰ ਨੀਲੇ ਜਾਂ ਕਾਲੇ ਰੰਗ ਦੀ ਸਿਆਹੀ ਤੋਂ ਕਿਵੇਂ ਵੱਖ ਕਰ ਸਕਦੇ ਹਾਂ। ਸੋ ਜਿਵੇਂ ਕਿ ਜੋ ਇਸ ਚੈਪਟਰ ਦਾ ਪਹਿਲਾ ਭਾਗ ਸੀ ਜਿਸ ਵਿੱਚ ਅਸੀਂ ਮਿਠਾਈਆਂ ਨੂੰ ਟੌਫੀਆਂ ਨੂੰ ਚੁਣ ਕੇ ਅਲੱਗ ਕੀਤਾ ਸੀ, ਇਸ ਤੋਂ ਬਾਅਦ ਅਸੀਂ ਇਹ ਥੋੜਾ ਕੁਝ ਕੰਪਲੈਕਸ ਥੋੜਾ ਵਿਸ਼ੇਸ਼ ਵਿਧੀ ਰਾਹੀਂ ਡਾਈ ਦੇ ਘਟਕਾਂ ਨੂੰ ਸਿਆਹੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਕਰਨਾ ਇਹਦੇ ਵਿੱਚ, ਇਸ ਕਿਰਿਆ ਵਿੱਚ ਸਾਨੂੰ ਚਾਹੀਦਾ ਕੀ ਕੁਝ ਹੈ। ਅੱਧਾ ਬੀਕਰ ਪਾਣੀ ਲਓ, ਬੀਕਰ ਦੇ ਮੂੰਹ ਤੇ ਵਾਚ ਗਲਾਸ ਰੱਖੋ। ਚੇਤਕ 2.5 ਇਹ ਬੀਕਰ ਹੈ ਬੱਚਿਓ। ਬੀਕਰ ਦੇ ਉੱਪਰ ਜੋ ਇਹ ਪਲੇਟ ਪਈ ਹੈ ਇਸ ਨੂੰ ਵਾਚ ਗਲਾਸ ਕਿਹਾ ਜਾਂਦਾ ਹੈ। ਕੁਝ ਬੂੰਦਾਂ ਸਿਆਹੀ ਵਾਚ ਗਲਾਸ ਵਿੱਚ ਪਾ ਦਿਓ। ਇਹ ਤੁਸੀਂ ਦੇਖ ਸਕਦੇ ਹੋ ਨੀਲਾ ਰੰਗ, ਇਹ ਕੀ ਹੈ, ਇਹ ਵਾਚ ਗਲਾਸ ਵਿੱਚ ਸਿਆਹੀ ਪਈ ਹੈ। ਹੁਣ ਬੀਕਰ ਨੂੰ ਗਰਮ ਕਰਨਾ ਸ਼ੁਰੂ ਕਰੋ। ਤੁਸੀਂ ਨੀਚੋਂ ਦੀ ਇਹ ਬੀਕਰ ਨੂੰ, ਇਹ ਤੁਹਾਡਾ ਜੋ ਲੈਂਪ ਹੈ ਇਸ ਨਾਲ ਆਂਚ ਦੇਣੀ ਹੈ, ਇਸ ਨੂੰ ਗਰਮ ਕਰਨਾ ਹੈ। ਹੁਣ ਬੀਕਰ ਨੂੰ ਗਰਮ ਕਰਨਾ ਸ਼ੁਰੂ ਕਰੋ। ਅਸੀਂ ਸਿਆਹੀ ਨੂੰ ਸਿੱਧਾ ਗਰਮ ਨਹੀਂ ਕਰਨਾ ਚਾਹੁੰਦੇ। ਤੁਸੀਂ ਇੱਥੇ ਸੋਚ ਸਕਦੇ ਹੋ ਕਿ ਇਹ ਬੀਕਰ ਦੀ ਕੀ ਲੋੜ ਹੈ, ਅਸੀਂ ਸਿਆਹੀ ਨੂੰ ਸਿੱਧਾ ਬਰਨਰ ਦੇ ਉੱਪਰ ਰੱਖ ਕੇ ਆਂਚ ਕਿਉਂ ਨਹੀਂ ਦੇ ਰਹੇ, ਪਰੰਤੂ ਇਹ ਕਿਰਿਆ ਵਿੱਚ ਇਦਾਂ ਨਹੀਂ ਕਰਨਾ ਬੱਚਿਓ। ਤੁਸੀਂ ਵੇਖੋਗੇ ਕਿ ਵਾਚ ਗਲਾਸ ਤੋਂ ਵਾਸ਼ਪੀਕਰਨ ਹੋ ਰਿਹਾ ਹੈ। ਜਦੋਂ ਇਹ ਜੋ ਆਂਚ ਹੈ, ਇਹ ਜੋ ਗਰਮੀ ਹੈ, ਇਹ ਬੀਕਰ ਤੋਂ ਹੁੰਦੀ ਹੋਈ ਭਾਫ ਦੇ ਸਹਾਰੇ ਇਸ ਵਾਚ ਗਲਾਸ ਨੂੰ ਮਿਲੇਗੀ ਤਾਂ ਕੀ ਹੋਏਗਾ, ਜੋ ਸਿਆਹੀ ਵਿਚਲਾ ਪਾਣੀ ਹੈ ਉਸ ਦਾ ਵਾਸ਼ਪੀਕਰਨ ਸ਼ੁਰੂ ਹੋ ਜਾਏਗਾ। ਅਸੀਂ ਵਾਸ਼ਪੀਕਰਨ ਹੋਣ ਤੱਕ ਗਰਮ ਕਰਨਾ ਜਾਰੀ ਰੱਖਦੇ ਹਾਂ। ਜਦੋਂ ਵਾਚ ਗਲਾਸ ਤੇ ਕੋਈ ਪਰਿਵਰਤਨ ਨਹੀਂ ਦਿਸਦਾ ਤਾਂ ਉਸ ਨੂੰ ਗਰਮ ਕਰਨਾ ਬੰਦ ਕਰ ਦਿੰਦੇ ਹਾਂ। ਜਦੋਂ ਸਾਰਾ ਪਾਣੀ ਵਾਸ਼ਪਾਂ ਦੇ ਰੂਪ ਵਿੱਚ ਵਾਚ ਗਲਾਸ ਵਿੱਚੋਂ ਉੱਡ ਜਾਂਦਾ ਹੈ ਤਾਂ ਹੀ ਅਸੀਂ ਇਸ ਨੂੰ ਗਰਮ ਕਰਨ ਤੋਂ ਰੁਕਣਾ ਹੈ। ਇਸ ਨੂੰ ਧਿਆਨ ਨਾਲ ਵੇਖੋ ਅਤੇ ਪ੍ਰੀਖਣ ਨੂੰ ਨੋਟ ਕਰੋ। ਸੋ ਜੋ ਵੀ ਆਬਜ਼ਰਵੇਸ਼ਨਸ ਹਨ, ਜੋ ਵੀ ਇਸ ਕਿਰਿਆ ਦੀਆਂ ਪ੍ਰੀਖਣ ਹਨ, ਤੁਸੀਂ ਧਿਆਨ ਨਾਲ ਆਪਣੀ ਕਾਪੀ ਵਿੱਚ, ਆਪਣੀ ਨੋਟਬੁੱਕ ਵਿੱਚ ਨੋਟ ਕਰਨੇ ਹਨ। ਤੁਹਾਡੇ ਵਿਚਾਰ ਨਾਲ ਕਿਸ ਦਾ ਵਾਸ਼ਪੀਕਰਨ ਹੋਇਆ, ਇਹ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਹਿਸਾਬ ਲਗਾ ਸਕਦੇ ਹੋ ਕਿ ਜੋ ਡਾਈ ਹੈ ਉਹ ਤਾਂ ਵਾਚ ਗਲਾਸ ਦੇ ਵਿੱਚ ਹੀ ਪਈ ਹੈ, ਤਾਂ ਫਿਰ ਵਾਸ਼ਪੀਕਰਨ ਕਿਸ ਦਾ ਹੋਇਆ, ਪਾਣੀ ਦਾ। ਕੀ ਵਾਚ ਗਲਾਸ ਤੇ ਕੁਝ ਰਹਿੰਦ ਖੂੰਹਦ ਰੈਸੀਡਿਊ ਬਚਿਆ ਹੈ? ਹਾਂ ਬਿਲਕੁਲ ਬਚਿਆ ਹੈ, ਤੁਹਾਨੂੰ ਉੱਥੇ ਡਾਈ ਬਚੀ ਮਿਲੇਗੀ। ਤੁਸੀਂ ਕੀ ਵਿਆਖਿਆ ਕਰੋਗੇ ਕਿ ਸਿਆਹੀ ਇੱਕ ਸ਼ੁੱਧ ਪਦਾਰਥ ਹੈ ਜਾਂ ਕਿ ਮਿਸ਼ਰਣ ਹੈ। ਤੁਸੀਂ ਇਹ ਜਾਣ ਚੁੱਕੇ ਹੋ ਕਿ ਸਿਆਹੀ ਕੀ ਹੈ, ਉਹ ਡਾਈ ਅਤੇ ਪਾਣੀ ਦਾ ਮਿਸ਼ਰਣ ਹੈ, ਉਹ ਇੱਕ ਸ਼ੁੱਧ ਪਦਾਰਥ ਨਹੀਂ ਹੈ। ਸਾਨੂੰ ਪਤਾ ਲੱਗਿਆ ਕਿ ਸਿਆਹੀ ਪਾਣੀ ਵਿੱਚ ਰੰਗਾਂ ਦਾ ਇੱਕ ਮਿਸ਼ਰਣ ਹੈ। ਇਸ ਤਰ੍ਹਾਂ ਅਸੀਂ ਘੋਲ ਵਿੱਚੋਂ ਘੁਲਿਤ ਪਦਾਰਥ ਨੂੰ ਵਾਸ਼ਪੀਕਰਨ ਦੀ ਵਿਧੀ ਨਾਲ ਵੱਖ ਕਰ ਸਕਦੇ ਹਾਂ। ਬੱਚੋ ਲੈਸਨ ਦੀ ਅਗਲੀ ਕਿਰਿਆ, ਅਗਲੀ ਨਿਖੇੜਨ ਵਿਧੀ ਬਾਰੇ ਅਸੀਂ ਪੜ੍ਹਨ ਜਾ ਰਹੇ ਹਾਂ, ਜੋ ਕਿ ਦੁੱਧ ਵਿੱਚੋਂ ਕਰੀਮ ਕੱਢਣ ਲਈ ਵਰਤੀ ਜਾਂਦੀ ਹੈ। ਦੁੱਧ ਤੋਂ ਕਰੀਮ ਨੂੰ ਕਿਵੇਂ ਵੱਖ ਕਰ ਸਕਦੇ ਹਾਂ। ਅੱਜ ਕੱਲ੍ਹ ਅਸੀਂ ਬਾਜ਼ਾਰ ਤੋਂ ਸੰਪੂਰਨ ਯਾਨੀ ਕਿ ਫੁੱਲ ਕਰੀਮ ਮਿਲਕ, ਸਪਰੇਟਾ ਯਾਨੀ ਕਿ ਟੋਨਡ ਮਿਲਕ, ਦੋਹਰੀ ਵਾਰ ਕਰੀਮ ਕੱਢਿਆ ਹੋਇਆ ਦੁੱਧ ਪੋਲੀਪੈਕ ਜਾਂ ਟੈਟਰਾ ਪੈਕ ਵਿੱਚ ਖਰੀਦਦੇ ਹਾਂ।
ਦੁੱਧ ਦੀਆਂ ਇਹਨਾਂ ਕਿਸਮਾਂ ਵਿੱਚ ਵੱਖ-ਵੱਖ ਮਾਤਰਾ ਦੀ ਚਰਬੀ ਹੁੰਦੀ ਹੈ, ਫੈਟ ਹੁੰਦਾ ਹੈ, ਤਾਂ ਹੀ ਇਹਨਾਂ ਦੀਆਂ ਕੀਮਤਾਂ ਵਿੱਚ ਵੀ ਫਰਕ ਹੁੰਦਾ ਹੈ। ਜੋ ਕਿ ਫੁੱਲ ਫੈਟ ਕਰੀਮ ਹੈ, ਜੋ ਕਿ ਫੁੱਲ ਫੈਟ ਦੁੱਧ ਹੈ, ਉਹ ਸਭ ਤੋਂ ਮਹਿੰਗਾ, ਅਤੇ ਜਿਵੇਂ ਜਿਵੇਂ ਫੈਟ ਦੀ ਮਾਤਰਾ, ਚਰਬੀ ਦੀ ਮਾਤਰਾ ਘਟਦੀ ਜਾਂਦੀ ਹੈ, ਦੁੱਧ ਸਸਤਾ ਹੁੰਦਾ ਜਾਂਦਾ ਹੈ। ਸੋ ਇਸ ਤੋਂ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਜਾਣੂ ਹੋਵੋਗੇ। ਕਿਰਿਆ ਵੱਲ ਅੱਗੇ ਵਧਦੇ ਹਾਂ। ਕਿਰਿਆ 2.5, ਇੱਕ ਪਰਖ ਨਲੀ ਵਿੱਚ ਸੰਪੂਰਨ ਕਰੀਮ ਵਾਲਾ ਦੁੱਧ ਲਓ। ਅਪਕੇਂਦਰੀ ਯੰਤਰ। ਅਪਕੇਂਦਰੀ ਯੰਤਰ ਸੈਂਟਰੀਫਿਊਗਲ ਮਸ਼ੀਨ, ਇਹ ਕੁਝ ਇਸ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ ਬੱਚਿਓ। ਇਹ ਤੁਸੀਂ ਡੇਅਰੀ, ਜੋ ਤੁਹਾਡੇ ਨੇੜੇ ਦੀ ਡੇਅਰੀ ਹੋਏਗੀ, ਡੇਅਰੀ ਦੀ ਦੁਕਾਨ ਹੋਏਗੀ, ਜਿੱਥੋਂ ਕਿ ਤੁਸੀਂ ਮੱਖਣ, ਕਰੀਮ, ਪਨੀਰ ਵਗੈਰਾ ਖਰੀਦਦੇ ਹੋ, ਉੱਥੇ ਤੁਹਾਨੂੰ ਇਹ ਦੇਖਣ ਨੂੰ ਮਿਲ ਸਕਦੀ ਹੈ। ਨਾਲ ਇਸ ਨੂੰ 2 ਮਿੰਟ ਤੱਕ ਅਪਕੇਂਦਰਿਤ ਕਰੋ। ਜੇ ਸਕੂਲ ਵਿੱਚ ਇਹ ਯੰਤਰ ਉਪਲਬਧ ਨਹੀਂ ਹੈ ਤਾਂ ਇਹ ਪ੍ਰਯੋਗ ਤੁਸੀਂ ਘਰ ਦੇ ਰਸੋਈ ਵਿੱਚ ਵਰਤੀ ਜਾਣ ਵਾਲੀ ਮਧਾਣੀ ਜਾਂ ਮਿਕਸੀ ਨਾਲ ਵੀ ਕਰ ਸਕਦੇ ਹੋ। ਜੇ ਨੇੜੇ ਕੋਈ ਦੁੱਧ ਦੀ ਡੈਰੀ ਹੈ ਤਾਂ ਉੱਥੇ ਜਾਓ ਅਤੇ ਪੁੱਛੋ ਉਹ ਕਰੀਮ ਨੂੰ ਦੁੱਧ ਤੋਂ ਕਿਵੇਂ ਵੱਖ ਕਰਦੇ ਹਨ, ਉਹ ਦੁੱਧ ਤੋਂ ਪਨੀਰ ਕਿਵੇਂ ਬਣਾਉਂਦੇ ਹਨ। ਸੋ ਜੇ ਤੁਸੀਂ ਡੈਰੀ ਵਿੱਚ ਜਾਓਗੇ, ਦੁੱਧ ਦੀ ਡੈਰੀ ਵਿੱਚ ਜਾਓਗੇ, ਤਾਂ ਤੁਸੀਂ ਇਹ 2 ਸਵਾਲਾਂ ਦੇ ਜਵਾਬ ਤਾਂ ਪਾਓਗੇ ਅਤੇ ਨਾਲ ਹੀ ਤੁਸੀਂ ਇਹ ਮਸ਼ੀਨ ਵੀ ਉੱਥੇ ਦੇਖ ਸਕੋਗੇ। ਕਦੇ-ਕਦੇ ਦਰਵ ਵਿੱਚ ਮੌਜੂਦ ਠੋਸ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਹ ਫਿਲਟਰ ਪੇਪਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਬੱਚਿਓ, ਇਹ ਤੁਸੀਂ ਜੋ ਲੈਸਨ ਦੇ ਪਹਿਲੇ ਭਾਗ ਵਿੱਚ ਪੜ੍ਹਿਆ ਸੀ, ਜੋ ਕਿ ਕੋਲਾਈਡਲ ਮਿਸ਼ਰਣ ਸੀ, ਉਹਦੇ ਵਿੱਚ ਕੀ ਹੁੰਦਾ ਸੀ, ਉਸਦੇ ਕੀ ਗੁਣ ਸਨ ਕਿ ਉਹਦੇ ਵਿੱਚ ਜੋ ਮੌਜੂਦ ਠੋਸ ਕਣ ਹਨ ਉਹ ਕਾਫੀ ਸੂਖਮ ਹੁੰਦੇ ਹਨ, ਕਾਫੀ ਉਹਨਾਂ ਦਾ ਜੋ ਸਾਈਜ਼ ਹੁੰਦਾ ਹੈ, ਉਹਨਾਂ ਦਾ ਜੋ ਆਕਾਰ ਹੁੰਦਾ ਹੈ, ਉਹ ਕਾਫੀ ਛੋਟਾ ਹੁੰਦਾ ਹੈ, ਜਿਸ ਦੇ ਕਾਰਨ ਕਿ ਉਹ ਅੱਖਾਂ ਨਾਲ ਦੇਖੇ ਨਹੀਂ ਜਾ ਸਕਦੇ। ਇਹ ਵੀ ਉਹੀ ਚੀਜ਼ ਹੈ। ਸੈਂਟਰੀਫਿਊਗਲ ਜੋ ਸੈਂਟਰੀਫਿਊਗੇਸ਼ਨ ਮਸ਼ੀਨ ਹੈ, ਉਹ ਅਪਕੇਂਦਰੀਕਰਨ ਕਰਦੀ ਹੈ, ਜੋ ਜਿਸ ਨਾਲ ਕਿ ਕਿਉਂਕਿ ਦੁੱਧ ਜੋ ਹੈ, ਅਸੀਂ ਪੜ੍ਹਿਆ ਹੈ, ਇੱਕ ਕੋਲਾਈਡਲ ਘੋਲ ਹੈ, ਉਸ ਵਿੱਚ ਮੌਜੂਦ ਜੋ ਉਸ ਦਰਵ ਵਿੱਚ ਮੌਜੂਦ ਜੋ ਠੋਸ ਪਦਾਰਥ ਹਨ, ਉਹਨਾਂ ਨੂੰ ਬਾਹਰ ਕਰ ਲਿੱਤਾ ਜਾਂਦਾ ਹੈ। ਕਿਸ ਰਾਹੀਂ? ਸੈਂਟਰੀਫਿਊਗੇਸ਼ਨ ਮਸ਼ੀਨ ਰਾਹੀਂ, ਅਪਕੇਂਦਰੀਕਰਨ ਕਰਕੇ ਅਪਕੇਂਦਰਨ ਮਸ਼ੀਨ ਰਾਹੀਂ। ਦੁਬਾਰਾ ਪੜ੍ਹਦੇ ਹਾਂ ਬੱਚਿਓ। ਕਦੇ-ਕਦੇ ਦਰਵ ਵਿੱਚ ਮੌਜੂਦ ਠੋਸ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਹ ਫਿਲਟਰ ਪੇਪਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਇਹਨਾਂ ਕਣਾਂ ਨੂੰ ਵੱਖ ਕਰਨ ਲਈ ਫਿਲਟਰੇਸ਼ਨ ਵਿਧੀ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਅਜਿਹੇ ਮਿਸ਼ਰਣਾਂ ਨੂੰ ਅਪਕੇਂਦਰਨ ਦੁਆਰਾ ਵੱਖ ਕੀਤਾ ਜਾਂਦਾ ਹੈ। ਇਸ ਸਿਧਾਂਤ ਦੇ ਆਧਾਰ ਤੇ ਜਦੋਂ ਇਸ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਭਾਰੀ ਕਣ ਹੇਠਾਂ ਬੈਠ ਜਾਂਦੇ ਹਨ ਅਤੇ ਹਲਕੇ ਕਣ ਉੱਤੇ ਹੀ ਰਹਿ ਜਾਂਦੇ ਹਨ। ਸੋ ਇਹ ਜੋ ਅਪਕੇਂਦਰਨ ਵਿਧੀ ਹੈ, ਉਹ ਕੰਮ ਕਿੱਦਾਂ ਕਰਦੀ ਹੈ? ਜਦੋਂ ਇਸ ਦਰਵ ਨੂੰ, ਜਿਹਦੇ ਵਿੱਚ ਕਿ ਛੋਟੇ ਕਣ ਠੋਸਦੇ ਹਨ, ਉਹਨੂੰ ਪੂਰੀ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਹੁੰਦਾ ਕੀ ਹੈ, ਜੋ ਕਿ ਠੋਸ ਕਣ ਜੋ ਕਿ ਭਾਰੀ ਹੁੰਦੇ ਹਨ, ਉਹ ਇਸ ਦਰਵ ਦੇ, ਇਸ ਘੋਲ ਦੇ ਨੀਚੇ ਬਹਿ ਜਾਂਦੇ ਹਨ, ਅਤੇ ਜੋ ਹਲਕੇ ਕਣ ਜੋ ਕਿ ਲਿਕੁਇਡ ਦੇ, ਜੋ ਕਿ ਦਰਵ ਦੇ ਹਲਕੇ ਕਣ ਹੁੰਦੇ ਹਨ, ਉਹ ਉੱਪਰ ਰਹਿ ਜਾਂਦੇ ਹਨ। ਇਸ ਕਿਰਿਆ ਵਿੱਚ ਬੱਚਿਓ ਤੁਸੀਂ ਦੇਖੋਗੇ, ਜਦ ਦੁੱਧ ਨੂੰ ਇਸ ਅਪਕੇਂਦਰਨ ਮਸ਼ੀਨ ਵਿੱਚ ਪਾ ਕੇ ਤੇਜ਼ੀ ਨਾਲ ਘੁਮਾਇਆ ਜਾਏਗਾ ਤਾਂ ਕਰੀਮ ਵੱਖ ਹੋ ਜਾਏਗੀ ਅਤੇ ਬਾਕੀ ਕੀ ਬਚੇਗਾ ਸਾਡੇ ਕੋਲੇ? ਸਪਰੇਟਾ ਜਾਂ ਫਿਰ ਟੋਨਡ ਮਿਲਕ, ਸਪਰੇਟਾ ਦੁੱਧ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਬੱਚਿਓ, ਜੋ ਅਗਲੀ ਨਿਖੇੜਨ ਵਿਧੀ ਹੈ, ਜੋ ਅਗਲੀ ਸੈਪਰੇਸ਼ਨ ਦੀ ਟੈਕਨੀਕ ਹੈ, ਉਹ ਕਿੱਥੇ ਵਰਤੀ ਜਾਂਦੀ ਹੈ? ਜਦੋਂ 2 ਅਘੁਲਨਸ਼ੀਲ ਦਰਵਾਂ ਦੇ ਮਿਸ਼ਰਣ ਨੂੰ ਨਿਖੇੜਨਾ ਹੋਵੇ, ਉਹਨਾਂ ਨੂੰ ਵੱਖ-ਵੱਖ ਕਰਨਾ ਹੋਵੇ। 2 ਅਘੁਲਨਸ਼ੀਲ ਦਰਵਾਂ ਦੇ ਮਿਸ਼ਰਣਾਂ ਨੂੰ ਕਿਵੇਂ ਵੱਖ ਕਰ ਸਕਦੇ ਹਾਂ? ਆਓ ਨਿਖੇੜਕ ਕੀਫ, ਸੈਪਰੇਟਿੰਗ ਫਨਲ, ਉਹ ਕੁਝ ਇਸ ਤਰ੍ਹਾਂ ਦਿਖਦੀ ਹੈ ਬੱਚਿਓ, ਤੁਸੀਂ ਡਾਇਗਰਾਮ ਵਿੱਚ ਦੇਖ ਸਕਦੇ ਹੋ, ਦੀ ਵਰਤੋਂ ਕਰਕੇ ਮਿੱਟੀ ਦੇ ਤੇਲ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਕੈਰੋਸਿਨ ਆਇਲ ਨੂੰ ਪਾਣੀ ਵਿੱਚੋਂ ਵੱਖ ਕਰਨ ਦੀ ਕੋਸ਼ਿਸ਼ ਕਰੀਏ। ਤੁਹਾਨੂੰ ਪਤਾ ਹੈ ਬੱਚਿਓ, ਜੋ ਤੇਲ ਹਨ, ਉਹ ਕਿਸੇ ਵੀ ਤਰ੍ਹਾਂ ਦਾ ਤੇਲ ਹੋਵੇ, ਉਹ ਪਾਣੀ ਤੋਂ ਹਲਕਾ ਹੁੰਦਾ ਹੈ, ਇਸ ਕਰਕੇ ਪਾਣੀ ਦੇ ਉੱਪਰ ਤੈਰਦਾ ਹੈ ਅਤੇ ਇਹ ਪਾਣੀ ਵਿੱਚ ਘੁਲਦਾ ਵੀ ਨਹੀਂ। ਸੋ ਜੋ ਇਸ ਤਰ੍ਹਾਂ ਦੇ ਅਘੁਲਨਸ਼ੀਲ ਪਾਣੀ ਅਤੇ ਤੇਲ ਅਘੁਲਨਸ਼ੀਲ ਦਰਵ ਹਨ, ਇਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ ਇਸ ਕਿਰਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ, ਇਸ ਟੈਕਨੀਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਿੱਟੀ ਦੇ ਤੇਲ ਅਤੇ ਪਾਣੀ ਦੇ ਮਿਸ਼ਰਣ ਨੂੰ ਇੱਕ ਨਿਖੇੜਕ ਕੀਫ ਸੈਪਰੇਟਿੰਗ ਫਨਲ ਵਿੱਚ ਪਾਓ। ਕੁਝ ਦੇਰ ਤੱਕ ਇਸ ਨੂੰ ਸ਼ਾਂਤ ਛੱਡ ਦਿਓ ਤਾਂ ਕਿ ਪਾਣੀ ਅਤੇ ਤੇਲ ਦੀਆਂ ਵੱਖ-ਵੱਖ ਪਰਤਾਂ ਬਣ ਜਾਣ, ਤਿਆਰ ਹੋ ਜਾਣ। ਤੁਸੀਂ ਦੇਖ ਸਕਦੇ ਹੋ ਬੱਚਿਓ, ਇਹਦੇ ਵਿੱਚ ਜਦੋਂ ਦੋਹਾਂ ਦਾ ਘੋਲ ਪਾਇਆ ਗਿਆ ਤਾਂ ਹੋਇਆ ਕਿ ਮਿੱਟੀ ਦਾ ਤੇਲ ਉੱਪਰ ਉਹਨੇ ਅਲੱਗ ਪਰਤ ਬਣਾ ਲਿੱਤੀ ਹੈ ਤੇ ਪਾਣੀ ਦੀ ਪਰਤ ਹੈ ਉਹ ਨੀਚੇ ਤੁਹਾਨੂੰ ਸਾਫ਼ ਦਿਖ ਰਹੀ ਹੈ। ਨਿਖੇੜਕ ਕੀਫ ਦੇ ਸਟਾਪ ਕਾਰਟ ਨੂੰ ਖੋਲੋ ਅਤੇ ਸਾਵਧਾਨੀ ਨਾਲ ਹੇਠਾਂ ਵਾਲੇ ਪਾਣੀ ਦੀ ਪਰਤ ਨੂੰ ਕੱਢ ਦਿਓ। ਜਿਵੇਂ ਹੀ ਤੇਲ ਹੇਠਾਂ ਪਹੁੰਚੇ, ਸਟਾਪ ਕਾਰਕ ਨੂੰ ਬੰਦ ਕਰ ਦਿਓ। ਤੁਸੀਂ ਜੋ ਇਹ ਇੱਥੇ ਕਾਰਕ ਲੱਗਿਆ, ਸਟਾਪ ਕਾਰਕ, ਇਹਨੂੰ ਤੁਸੀਂ ਖੋਲ ਦੇਣਾ ਤੇ ਪਾਣੀ ਨੂੰ ਨੀਚੇ ਵਗਣ ਦੇਣਾ। ਜਿਵੇਂ ਹੀ ਇਹ ਪੂਰਾ ਪਾਣੀ ਇੱਥੋਂ ਤੱਕ ਦਾ ਇੱਥੋਂ ਬਾਹਰ ਨਿਕਲ ਜਾਵੇ,
ਤੇ ਤੇਲ ਬਸ ਬਾਹਰ ਨਿਕਲਣ ਵਾਲਾ ਹੀ ਹੋਵੇ, ਤੁਸੀਂ ਇਸ ਨੂੰ ਇੱਕਦਮ ਬੰਦ ਕਰ ਦੇਣਾ। ਉਸ ਦੇ ਨਾਲ ਹੋਵੇਗਾ ਕਿ ਪਾਣੀ ਤੁਸੀਂ ਨੀਚੇ ਬਰਤਨ ਵਿੱਚ ਇਕੱਠਾ ਕਰ ਲਓਗੇ ਅਤੇ ਜੋ ਮਿੱਟੀ ਦਾ ਤੇਲ ਹੈ, ਜੋ ਕੈਰੋਸਿਨ ਆਇਲ ਹੈ, ਉਹ ਤੁਹਾਡੇ ਵਾਸਤੇ, ਤੁਹਾਡੇ ਲਈ ਇਹ ਨਿਖੇੜਕ ਕੀਫ ਵਿੱਚ, ਇਹ ਸੈਪਰੇਟਿੰਗ ਫਨਲ ਵਿੱਚ ਬਾਕੀ ਬਚ ਜਾਏਗਾ। ਇਹ ਕਰਨ ਨਾਲ ਹੋਇਆ ਕਿ ਦੋਹੇ ਦਰਵ ਜੋ ਕਿ ਅਘੁਲਨਸ਼ੀਲ ਸਨ ਉਹ ਵੱਖੋ-ਵੱਖ ਹੋ ਗਏ, ਅਲੱਗ ਹੋ ਗਏ। ਇਹਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ਬੱਚਿਓ? ਤੇਲ ਅਤੇ ਪਾਣੀ ਦੇ ਅਘੁਲਨਸ਼ੀਲ ਮਿਸ਼ਰਣ ਨੂੰ ਨਿਖੇੜਨ ਲਈ ਅਸੀਂ ਪਹਿਲਾਂ ਕਰਕੇ ਦੇਖਿਆ। ਧਾਤ ਸ਼ੋਧਨ ਦੇ ਦੌਰਾਨ ਲੋਹੇ ਨੂੰ ਵੱਖ ਕਰਨ ਲਈ ਇਸ ਵਿਧੀ ਰਾਹੀਂ ਹਲਕੇ ਸਲੈਗ ਨੂੰ ਉੱਪਰੋਂ ਹਟਾ ਲਿਆ ਜਾਂਦਾ ਹੈ ਅਤੇ ਭੱਠੀ ਦੀ ਹੇਠਲੀ ਸਤਹ ਤੇ ਪਿਘਲਿਆ ਹੋਇਆ ਲੋਹਾ ਬਾਕੀ ਰਹਿ ਜਾਂਦਾ ਹੈ, ਕਿਉਂਕਿ ਜੋ ਸਲੈਗ ਹੁੰਦਾ ਹੈ ਉਹ ਹਲਕਾ ਹੁੰਦਾ ਹੈ ਅਤੇ ਪਿਘਲਿਆ ਲੋਹਾ ਭਾਰੀ ਹੁੰਦਾ ਹੈ, ਉਹ ਸਤਹ ਤੇ ਬੈਠ ਜਾਂਦਾ ਹੈ। ਉੱਪਰੋਂ ਜਦੋਂ ਸਲੈਗ ਹਟਾ ਦਿੱਤਾ ਜਾਂਦਾ ਹੈ ਤਾਂ ਨੀਚੇ ਸ਼ੁੱਧ ਜੋ ਧਾਤ ਹੈ ਉਹ ਬਚੀ ਰਹਿੰਦੀ ਹੈ। ਇਹੀ ਬੱਚਿਓ ਸੇਮ ਸਾਨੂੰ ਜੋ ਕਿਰਿਆ ਹੈ ਇਹ ਸਾਨੂੰ ਗੁੜ ਬਣਾਉਣ ਵੇਲੇ ਵੀ ਦਿਖਾਈ ਦਿੰਦੀ ਹੈ। ਇਸ ਬਰਤਨ ਵਿੱਚ ਤੁਸੀਂ ਦੇਖ ਸਕਦੇ ਹੋ ਗੁੜ ਲਈ ਜੋ ਰਸ ਹੈ ਉਸ ਨੂੰ ਉਬਾਲਿਆ ਜਾ ਰਿਹਾ ਹੈ। ਇਸ ਦੇ ਦੌਰਾਨ ਹੁੰਦਾ ਕੀ ਹੈ, ਇਸ ਦੇ ਉੱਪਰ ਬਾਰ-ਬਾਰ ਮੈਲ ਆਉਂਦੀ ਹੈ ਜੋ ਕਿ ਨੀਚੇ ਬਣ ਰਹੇ ਗੁੜ ਤੋਂ ਹਲਕੀ ਹੁੰਦੀ ਹੈ। ਇਸ ਕਾਰਨ ਇਹ ਬਾਰ-ਬਾਰ ਉੱਪਰ ਆਉਂਦੀ ਹੈ ਅਤੇ ਇਸ ਨੂੰ ਇੱਥੋਂ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਸਾਨੂੰ ਸਾਫ਼ ਅਤੇ ਸ਼ੁੱਧ ਗੁੜ ਪ੍ਰਾਪਤ ਹੁੰਦਾ ਹੈ। ਸੋ ਇਹ ਤਰੀਕਾ ਇਸ ਦੇ ਨਾਲ ਬਿਲਕੁਲ ਰਲਦਾ ਮਿਲਦਾ, ਜਿੱਥੇ ਕਿ ਜੋ ਹਲਕੀਆਂ ਅਸ਼ੁੱਧੀਆਂ ਉੱਪਰ ਆ ਰਹੀਆਂ ਹਨ ਅਤੇ ਉਹਨਾਂ ਨੂੰ ਹਟਾ ਕੇ ਸ਼ੁੱਧ ਪਦਾਰਥ ਨੀਚੇ ਹਾਸਲ ਕੀਤਾ ਜਾ ਰਿਹਾ ਹੈ। ਸਿਧਾਂਤ ਦੇ ਅਨੁਸਾਰ ਆਪਸ ਵਿੱਚ ਨਾ ਮਿਲਣ ਵਾਲੇ ਦਰਵ ਆਪਣੀ ਘਣਤਾ ਅਨੁਸਾਰ ਵੱਖ-ਵੱਖ ਪਰਤਾਂ ਵਿੱਚ ਵੱਖ ਹੋ ਜਾਂਦੇ ਹਨ। ਸੋ ਇਹਦਾ ਜੋ ਸਿਧਾਂਤ ਹੈ ਉਹ ਇਹ ਦੱਸਦਾ ਹੈ ਕਿ ਜੋ ਨਾ ਮਿਲਣ ਵਾਲੇ ਜੋ ਦਰਵ ਹਨ, ਜਿਨ੍ਹਾਂ ਦੀ ਘਣਤਾ ਅਲੱਗ-ਅਲੱਗ ਹੁੰਦੀ ਹੈ, ਉਹ ਆਪਸ ਵਿੱਚ ਘੁਲਦੇ ਨਹੀਂ, ਉਹ ਆਪਣੀਆਂ ਵੱਖੋ-ਵੱਖ ਪਰਤਾਂ ਬਣਾ ਲੈਂਦੇ ਹਨ ਅਤੇ ਜੇ ਕਿਸੇ ਤਰੀਕੇ ਨਾਲ ਇਹਨਾਂ ਪਰਤਾਂ ਨੂੰ ਅਲੱਗ ਕਰ ਲਿੱਤਾ ਜਾਵੇ ਤਾਂ ਅਸੀਂ ਦੋਨੋਂ ਦਰਵਾਂ ਨੂੰ ਅਲੱਗ ਕਰ ਸਕਦੇ ਹਾਂ, ਭਾਵੇਂ ਉਹ ਨਿਖੇੜਕ ਕੀਪ ਸੈਪਰੇਟਿੰਗ ਫਨਲ ਰਾਹੀਂ ਹੋਵੇ ਜਾਂ ਫਿਰ ਇੱਥੇ ਇੱਦਾਂ ਜੋ ਐਗਜ਼ਾਮਪਲ 'ਚ ਅਸੀਂ ਦੇਖਿਆ ਧਾਤ ਸ਼ੋਧਕ ਦੌਰਾਨ, ਲੋਹੇ ਦੇ ਸ਼ੋਧਨ ਦੌਰਾਨ ਜਾਂ ਫਿਰ ਗੁੜ ਬਣਾਉਣ ਦੇ ਦੌਰਾਨ, ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਅਲੱਗ ਕੀਤਾ ਜਾ ਸਕਦਾ ਹੈ। ਅਗਲੀ ਵਿਧੀ, ਨਮਕ ਅਤੇ ਅਮੋਨੀਅਮ ਕਲੋਰਾਈਡ ਦੇ ਮਿਸ਼ਰਣ ਨੂੰ ਕਿਵੇਂ ਨਿਖੇੜ ਸਕਦੇ ਹਾਂ। ਇਹ ਜੋ ਵਿਧੀ ਹੈ ਇਹਦੇ ਬਾਰੇ ਵੀ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਪਰੰਤੂ ਹੁਣ ਇੱਕ ਹੋਰ ਐਗਜ਼ਾਮਪਲ ਦੇ ਰਾਹੀਂ ਅਸੀਂ ਇਸ ਨੂੰ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਅਧਿਆਏ ਵਿੱਚ ਅਸੀਂ ਪੜ੍ਹਿਆ ਹੈ ਕਿ ਅਮੋਨੀਅਮ ਕਲੋਰਾਈਡ ਨੂੰ ਗਰਮ ਕਰਨ ਤੇ ਉਹ ਠੋਸ ਅਵਸਥਾ ਤੋਂ ਸਿੱਧੇ ਹੀ ਗੈਸ ਅਵਸਥਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਭਾਵ ਕਿ ਉਹਦਾ ਸਬਲੀਮੇਸ਼ਨ ਹੋ ਜਾਂਦਾ ਹੈ। ਉਹਦਾ ਇਸ ਕਿਰਿਆ ਨੂੰ ਜ਼ੋਹਰ ਉਡਾਉਣਾ ਜਾਂ ਫਿਰ ਸਬਲੀਮੇਸ਼ਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਮਿਸ਼ਰਣ ਜਿਨ੍ਹਾਂ ਵਿੱਚ ਜ਼ੋਹਰ ਉੱਡਣ ਯੋਗ ਘਟਕ ਹੁੰਦੇ ਹਨ ਨੂੰ ਜ਼ੋਹਰ ਨਾ ਉੱਡਣ ਵਾਲੀ ਸ਼ੁੱਧੀਆਂ ਤੋਂ ਵੱਖ ਕੀਤਾ ਜਾਂਦਾ ਹੈ। ਇਹ ਕਿਰਿਆ ਬੱਚਿਓ ਕਿੱਥੇ ਵਰਤੀ ਜਾਂਦੀ ਹੈ, ਕਿੱਥੇ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ? ਜਿੱਥੇ ਮਿਸ਼ਰਣ ਦੇ ਦੋ ਘਟਕਾਂ ਦਾ ਮਿਸ਼ਰਣ ਹੋਵੇ ਅਤੇ ਉਸ ਵਿੱਚੋਂ ਇੱਕ ਘਟਕ ਜੋ ਹੈ ਉਹ ਸਬਲੀਮੇਬਲ ਹੋਵੇ, ਉਹ ਜ਼ੋਹਰ ਉੱਡਣ ਵਾਲਾ ਹੋਵੇ, ਜ਼ੋਹਰ ਉੱਡਣ ਦੇ ਯੋਗ ਹੋਵੇ, ਅਤੇ ਦੂਜਾ ਉਸ ਦੇ ਯੋਗ ਜ਼ੋਹਰ ਉੱਡਣ ਦੇ ਯੋਗ ਨਾ ਹੋਵੇ। ਸੋ ਇਸ ਕਿਰਿਆ ਨਾਲ ਕੀ ਹੋਏਗਾ, ਜੋ ਜ਼ੋਹਰ ਉੱਡਣ ਵਾਲਾ ਜੋ ਘਟਕ ਹੋਏਗਾ ਉਹ ਤੁਹਾਨੂੰ ਇੱਥੇ ਜਮਿਆ ਮਿਲੇਗਾ ਅਤੇ ਬਾਕੀ ਜੋ ਦੂਸਰਾ ਘਟਕ ਹੈ ਉਹ ਨੀਚੇ ਬਚਿਆ ਮਿਲੇਗਾ। ਬੱਚਿਓ ਇੱਕ ਵਾਰ ਦੁਬਾਰਾ ਪੜ੍ਹਦੇ ਹਾਂ। ਇਸ ਤਰ੍ਹਾਂ ਉਹਨਾਂ ਮਿਸ਼ਰਣਾਂ ਜਿਨ੍ਹਾਂ ਵਿੱਚ ਜ਼ੋਹਰ ਉੱਡਣ ਯੋਗ ਘਟਕ ਹੋਣ ਨੂੰ ਜ਼ੋਹਰ ਨਾ ਉੱਡਣ ਵਾਲੀਆਂ ਅਸ਼ੁੱਧੀਆਂ ਤੋਂ ਵੱਖ ਕਰਨ ਲਈ ਜ਼ੋਹਰ ਉਡਾਉਣਾ, ਭਾਵ ਕਿ ਸਬਲੀਮੇਸ਼ਨ ਦੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਦੀ ਨਾਮ ਕੀ ਹੈ? ਸਬਲੀਮੇਸ਼ਨ ਜਾਂ ਫਿਰ ਜ਼ੋਹਰ ਉਡਾਉਣਾ। ਅਮੋਨੀਅਮ ਕਲੋਰਾਈਡ, ਕਪੂਰ ਅਤੇ ਨੈਪਥਲੀਨ ਅਤੇ ਐਂਥਰਾਸੀਨ ਆਦਿ ਜ਼ੋਹਰ ਉੱਡਣ ਵਾਲੇ ਠੋਸ ਪਦਾਰਥ ਦੀਆਂ ਕੁਝ ਉਦਾਹਰਨਾਂ ਹਨ। ਇਹਨਾਂ ਚਾਰੋਂ ਚੀਜ਼ਾਂ ਬਾਰੇ ਅਸੀਂ ਅਧਿਆਇ 1 ਵਿੱਚ ਪੜ੍ਹ ਚੁੱਕੇ ਹਾਂ। ਇਹ ਚਾਰੇ ਚੀਜ਼ਾਂ ਕਿਸ ਦੀਆਂ ਉਦਾਹਰਨਾਂ ਹਨ? ਜ਼ੋਹਰ ਉੱਡਣ ਦੇ ਯੋਗ ਪਦਾਰਥ ਹਨ। ਨਾਲ ਹੀ ਬੱਚਿਓ ਤੁਸੀਂ ਦੇਖੋ ਚਿੱਤਰ 2.7 ਇਸ ਕਿਰਿਆ ਦਾ ਇੱਕ ਚਿੱਤਰ, ਇੱਕ ਡਾਇਗਰਾਮ। ਇੱਥੇ ਤੁਸੀਂ ਦੇਖੋਗੇ ਇੱਕ ਕੀਪ ਨੂੰ ਉਲਟਾ ਰੱਖਿਆ ਗਿਆ, ਜਿਸ ਨੂੰ ਕਿ ਇੱਥੇ ਰੂਲ ਨਾਲ ਬੰਦ ਕਰ ਦਿੱਤਾ ਗਿਆ, ਰੂਲ ਨਾਲ ਇਸ ਨੂੰ ਪਲੱਗ ਕਰ ਦਿੱਤਾ ਗਿਆ। ਤੇ ਨੀਚੇ ਜੋ ਚੀਨੀ ਦੀ ਪਿਆਲੀ ਹੈ, ਚੀਨੀ ਮਿੱਟੀ ਦੀ ਪਲੇਟ ਹੈ, ਇਹਦੇ ਵਿੱਚ ਤੁਹਾਨੂੰ ਕੀ ਮਿਕਸਚਰ ਰੱਖਿਆ ਹੈ? ਤੁਸੀਂ ਅਮੋਨੀਅਮ ਕਲੋਰਾਈਡ ਅਤੇ ਨਮਕ, ਘਰੇਲੂ ਨਮਕ ਜੋ ਹੁੰਦਾ ਟੇਬਲ ਸਾਲਟ। ਠੀਕ ਹੈ, ਇਸ ਨੂੰ ਅਸੀਂ ਨੀਚੋਂ ਬਰਨਰ ਦੇ ਨਾਲ ਜਦੋਂ ਆਂਚ ਦਿੱਤੀ ਤਾਂ ਹੋਇਆ ਕਿ ਅਮੋਨੀਅਮ ਕਲੋਰਾਈਡ ਜੋ ਕਿ ਸਬਲੀਮੇਬਲ ਪ੍ਰੋਡਕਟ ਹੈ, ਸਬਲੀਮੇਬਲ ਘਟਕ ਹੈ, ਜੋ ਕਿ ਜ਼ੋਹਰ ਉੱਡਣ ਯੋਗ ਘਟਕ ਹੈ, ਉਸਦਾ ਹੋਇਆ ਕਿ ਉਹ ਗਰਮੀ ਮਿਲਣ ਨਾਲ, ਹੀਟ ਮਿਲਣ ਨਾਲ ਸਿੱਧਾ ਠੋਸ ਅਵਸਥਾ ਵਿੱਚੋਂ ਗੈਸੀ ਅਵਸਥਾ ਵਿੱਚ ਬਦਲ ਕੇ ਇੱਥੇ ਕੀਪ ਦੇ ਇਸ ਹਿੱਸੇ ਵਿੱਚ ਜਮ੍ਹਾਂ ਹੋ ਗਿਆ ਅਤੇ ਨੀਚੇ ਤੁਹਾਡੇ ਕੋਲ ਕੀ ਬਚਿਆ? ਨਮਕ, ਕਾਮਨ ਸਾਲਟ। ਸੋ ਬੱਚੋ ਅਗਲੀ ਕਿਰਿਆ ਵੱਲ ਅੱਗੇ ਵਧਦੇ। ਕਿਰਿਆ 2.7, ਫਿਲਟਰ ਪੇਪਰ ਦੀ ਪਤਲੀ ਪਰਤ ਲਓ। ਇਹ ਜੋ ਕਿਰਿਆ ਹੈ ਇਸ ਨੂੰ ਕ੍ਰੋਮੈਟੋਗ੍ਰਾਫੀ ਕਿਹਾ ਜਾਂਦਾ ਹੈ। ਇਹ ਇੱਕ ਅਲੱਗ ਤਰ੍ਹਾਂ ਦੀ ਕਿਰਿਆ ਹੈ, ਨਿਖੇੜਨ ਕਿਰਿਆ, ਜਿਸ ਨਾਲ ਡਾਈ ਆਦਿ ਨੂੰ ਅਲੱਗ ਕੀਤਾ ਜਾਂਦਾ ਹੈ
ਰੰਗਾਂ ਨੂੰ ਤੇ ਪਿਗਮੈਂਟਸ ਨੂੰ ਅਲੱਗ ਕੀਤਾ ਜਾਂਦਾ ਹੈ। ਉਸ ਨਾਲ ਤੁਹਾਨੂੰ ਚਾਹੀਦਾ ਕੀ ਕੁਛ ਹੈ, ਫਿਲਟਰ ਪੇਪਰ ਦੀ ਇੱਕ ਪਤਲੀ ਪਰਤ ਲਿਓ, ਕੁਝ ਇਸ ਤਰ੍ਹਾਂ ਦੀ ਫਿਲਟਰ ਪੇਪਰ ਦੀ ਪਰਤ ਲਓ। ਇਸ ਦੇ ਹੇਠਲੇ ਸਿਰੇ ਤੋਂ 3 ਸੈਂਟੀਮੀਟਰ ਉੱਤੇ ਪੈਨਸਿਲ ਨਾਲ ਇੱਕ ਰੇਖਾ ਖਿੱਚ ਦਿਓ। ਤੁਸੀਂ ਦੇਖੋਗੇ ਬੱਚੋ, ਰੇਖਾ ਚਿੱਤਰ ਤੁਹਾਨੂੰ ਦਿਖ ਰਿਹਾ ਹੈ। ਉਸ ਰੇਖਾ ਉੱਤੇ ਪਾਣੀ ਵਿੱਚ ਘੁਲਣਸ਼ੀਲ ਕਾਲੀ ਸਿਆਹੀ ਦੀ ਇੱਕ ਬੂੰਦ ਲਗਾਓ, ਇਸ ਨੂੰ ਸੁੱਕਣ ਦਿਓ। ਤੁਸੀਂ ਦੇਖੋਗੇ ਇੱਥੇ ਨਿਸ਼ਾਨੀ ਲਗਾਈ ਗਈ ਹੈ, ਇੱਥੇ ਤੁਸੀਂ ਸਿਆਹੀ ਦੀ ਇੱਕ ਬੂੰਦ ਲਗਾਣੀ ਹੈ। ਜਾਰ, ਬੀਕਰ ਜਾਂ ਪਰਖ ਨਲੀ ਵਿੱਚ ਪਾਣੀ ਲਓ। ਇਸ ਵਿੱਚ ਇਸ ਫਿਲਟਰ ਪੇਪਰ ਨੂੰ ਇਸ ਤਰ੍ਹਾਂ ਰੱਖੋ ਕਿ ਉਹ ਪਾਣੀ ਦੀ ਸਤ੍ਹਾ ਤੋਂ ਠੀਕ ਉੱਤੇ ਰਹੇ, ਜਿਵੇਂ ਕਿ ਚਿੱਤਰ 2.8 ਆੜੇ ਵਿੱਚ ਵਿਖਾਇਆ ਗਿਆ ਹੈ। ਇਹ 2.8 ਦਾ ਆੜਾ ਭਾਗ ਹੈ ਬੱਚੋ। ਇਸ ਵਿੱਚ ਤੁਸੀਂ ਦੇਖੋਗੇ ਇਹ ਫਿਲਟਰ ਪੇਪਰ ਇਹ ਪਰਖ ਨਲੀ ਵਿੱਚ ਪਾ ਦਿੱਤਾ ਗਿਆ ਹੈ, ਪਰੰਤੂ ਇਹਨੂੰ ਇਸ ਤਰੀਕੇ ਨਾਲ ਲਟਕਾਇਆ ਗਿਆ ਹੈ ਕਿ ਇਹ ਪਾਣੀ ਦੀ ਸਤ੍ਹਾ ਨੂੰ ਠੀਕ ਉੱਤੇ ਬਿਲਕੁਲ ਉਸ ਨੂੰ ਟੱਚ ਕਰ ਰਿਹਾ ਹੈ। ਜਿਉਂ ਹੀ ਪਾਣੀ ਫਿਲਟਰ ਪੇਪਰ ਦੇ ਉੱਪਰ ਵੱਲ ਉੱਠੇ, ਸਾਵਧਾਨੀ ਨਾਲ ਵੇਖੋ। ਹੁਣ ਇਸ ਨੂੰ ਸ਼ਾਂਤ ਛੱਡ ਦਿਓ। ਜਿਉਂ ਹੀ ਫਿਲਟਰ ਪੇਪਰ ਦੇ ਉੱਪਰ ਪਾਣੀ ਉੱਪਰ ਵੱਲ ਉੱਠੇ, ਸਾਵਧਾਨੀ ਨਾਲ ਵੇਖੋ, ਭੁਲੇਖਣ ਨੂੰ ਲਿਖੋ। ਸੋ ਬੱਚਿਓ, ਇਹ ਜੋ ਕਿਰਿਆ ਹੈ ਇਸ ਨੂੰ ਕ੍ਰੋਮੈਟੋਗ੍ਰਾਫੀ ਕਿਹਾ ਜਾਂਦਾ ਹੈ। ਆਓ ਅੱਗੇ ਦੇਖਦੇ ਹਾਂ ਇਹਦੇ ਬਾਰੇ। ਜਿਹੜੀ ਸਿਆਹੀ ਅਸੀਂ ਵਰਤੀ ਸੀ ਉਸ ਵਿੱਚ ਪਾਣੀ ਘੋਲਕ ਦੇ ਰੂਪ ਵਿੱਚ ਹੈ ਅਤੇ ਡਾਈ ਘੋਲਿਤ ਦੇ ਰੂਪ ਵਿੱਚ। ਜਿਉਂ ਹੀ ਪਾਣੀ ਫਿਲਟਰ ਪੇਪਰ ਦੇ ਉੱਪਰ ਦੀ ਦਿਸ਼ਾ ਵੱਲ ਵੱਧਦਾ ਹੈ, ਇਹ ਡਾਈ ਦੇ ਕਣਾਂ ਨੂੰ ਵੀ ਆਪਣੇ ਨਾਲ ਲੈ ਜਾਂਦਾ ਹੈ। ਅਕਸਰ ਡਾਈ 2 ਜਾਂ 2 ਤੋਂ ਵੱਧ ਰੰਗਾਂ ਦਾ ਮਿਸ਼ਰਣ ਹੁੰਦਾ ਹੈ। ਰੰਗ ਵਾਲਾ ਘਟਕ ਜਿਹੜਾ ਪਾਣੀ ਵਿੱਚ ਵਧੇਰੇ ਘੁਲਣਸ਼ੀਲ ਹੈ, ਤੇਜ਼ੀ ਨਾਲ ਉੱਪਰ ਉੱਠਦਾ ਹੈ ਅਤੇ ਇਸ ਤਰ੍ਹਾਂ ਰੰਗਾਂ ਦਾ ਨਿਖੇੜਨ ਸੰਭਵ ਹੋ ਜਾਂਦਾ ਹੈ। ਮਿਸ਼ਰਣਾਂ ਵਿੱਚੋਂ ਘਟਕਾਂ ਨੂੰ ਵੱਖ ਕਰਨ ਦੀ ਇਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਕ੍ਰੋਮੈਟੋਗ੍ਰਾਫੀ। ਯੂਨਾਨੀ ਭਾਸ਼ਾ ਵਿੱਚ ਕ੍ਰੋਮਾ ਦਾ ਮਤਲਬ ਹੈ ਰੰਗ। ਇਸ ਵਿਧੀ ਨੂੰ ਸਭ ਤੋਂ ਪਹਿਲਾਂ ਰੰਗਾਂ ਨੂੰ ਨਿਖੇੜਨ ਲਈ ਵਰਤਿਆ ਗਿਆ ਸੀ। ਇਹੀ ਕਾਰਨ ਹੈ ਕਿ ਇਸ ਦਾ ਨਾਮ ਕੀ ਪੈ ਗਿਆ? ਕ੍ਰੋਮੈਟੋਗ੍ਰਾਫੀ। ਇਹ ਇੱਕ ਅਜਿਹੀ ਵਿਧੀ ਹੈ ਜਿਸ ਦੀ ਵਰਤੋਂ ਉਹਨਾਂ ਘੁਲਿਤ ਪਦਾਰਥਾਂ ਦੇ ਨਿਖੇੜਨ ਲਈ ਕੀਤੀ ਜਾਂਦੀ ਹੈ ਜਿਹੜੇ ਇੱਕ ਹੀ ਕਿਸਮ ਦੇ ਘੋਲਕ ਵਿੱਚ ਘੁਲੇ ਹੁੰਦੇ ਹਨ। ਤਕਨੀਕੀ ਵਿਕਾਸ ਦੇ ਨਾਲ ਹੀ ਕ੍ਰੋਮੈਟੋਗ੍ਰਾਫੀ ਵਿੱਚ ਨਵੀਆਂ ਤਕਨੀਕਾਂ ਦਾ ਵਿਕਾਸ ਹੋਇਆ ਹੈ, ਜਿਸ ਦੇ ਬਾਰੇ ਤੁਸੀਂ ਅੱਗੇ ਜਾ ਕੇ ਵੱਡੀਆਂ ਜਮਾਤਾਂ ਵਿੱਚ ਪੜ੍ਹੋਗੇ। ਇਹਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ ਬੱਚਿਓ? ਡਾਈ ਵਿੱਚੋਂ ਰੰਗਾਂ ਨੂੰ ਨਿਖੇੜਨ ਲਈ, ਜਿਹੜੀ ਕਿ ਅਸੀਂ ਪਿਛਲੇ ਪੇਜ ਤੇ ਕਰਕੇ ਦੇਖੀ ਹੈ। ਕੁਦਰਤੀ ਰੰਗਾਂ ਵਿੱਚੋਂ ਵਰਣਕਾਂ ਨੂੰ, ਭਾਵ ਕਿ ਪਿਗਮੈਂਟਸ ਨੂੰ ਨਿਖੇੜਨ ਲਈ। ਇਹ ਪਿਗਮੈਂਟ ਤੁਹਾਨੂੰ ਯਾਦ ਹੋਏਗਾ ਬੱਚਿਓ, ਪਿਗਮੈਂਟ ਕੀ ਹੈ? ਤੁਹਾਨੂੰ ਹਰੇ ਪਿਗਮੈਂਟ ਦੇ ਬਾਰੇ ਪਤਾ ਹੈ, ਜੋ ਕਿ ਪੌਦਿਆਂ ਵਿੱਚ ਹੁੰਦਾ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਕਲੋਰੋਫਿਲ। ਖੂਨ ਵਿੱਚੋਂ ਨਸ਼ੀਲੇ ਪਦਾਰਥਾਂ ਯਾਨੀ ਕਿ ਡਰੱਗ ਨੂੰ ਨਿਖੇੜਨ ਲਈ। ਜਦੋਂ ਬੱਚਿਓ ਡਰੱਗਸ ਦੀ ਜਾਂਚ ਕਰਨ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ, ਉਦੋਂ ਵੀ ਕ੍ਰੋਮੈਟੋਗ੍ਰਾਫੀ ਵਿਧੀ ਹੀ ਵਰਤੀ ਜਾਂਦੀ ਹੈ। ਸੋ ਬੱਚਿਓ ਅੱਗੇ ਦੇਖਦੇ ਹਾਂ। ਜੋ ਅਗਲੀ ਵਿਧੀ ਹੈ, ਇਸ ਨੂੰ ਡਿਸਟਿਲੇਸ਼ਨ ਜਾਂ ਫਿਰ ਕਸ਼ੀਦਨ ਕਿਹਾ ਜਾਂਦਾ ਹੈ। ਦੋ ਘੁਲਣਸ਼ੀਲ ਦਰਵਾਂ ਦੇ ਮਿਸ਼ਰਣਾਂ ਨੂੰ ਕਿਵੇਂ ਨਿਖੇੜ ਸਕਦੇ ਹਾਂ? ਇਹ ਕਿੱਥੇ ਵਰਤੀ ਜਾਂਦੀ ਹੈ? ਜਦੋਂ ਦੋ ਐਸੇ ਦਰਵ ਜੋ ਕਿ ਘੁਲਣਸ਼ੀਲ ਹੋਣ, ਜੋ ਕਿ ਪੂਰੀ ਤਰ੍ਹਾਂ ਆਪਸ ਵਿੱਚ ਘੁਲ ਜਾਂਦੇ ਹੋਣ, ਉਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ ਡਿਸਟਿਲੇਸ਼ਨ ਜਾਂ ਫਿਰ ਕਸ਼ੀਦਨ ਵਿਧੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਓ ਅਸੀਂ ਐਸੀਟੋਨ ਅਤੇ ਪਾਣੀ ਨੂੰ ਉਹਨਾਂ ਦੇ ਮਿਸ਼ਰਣ ਵਿੱਚੋਂ ਨਿਖੇੜਨ ਦੀ ਕੋਸ਼ਿਸ਼ ਕਰੀਏ। ਐਸੀਟੋਨ ਤੇ ਪਾਣੀ ਕੀ ਹਨ? ਇਹ ਆਪਸ ਵਿੱਚ ਮਿਲ ਜਾਂਦੇ ਹਨ, ਆਪਸ ਵਿੱਚ ਘੁਲ ਜਾਂਦੇ ਹਨ। ਇਸ ਕਰਕੇ ਇਹਨਾਂ ਨੂੰ ਵੱਖ ਕਰਨ ਵਾਸਤੇ ਕਿਹੜੀ ਵਿਧੀ, ਜਿਹੜੀ ਕਿ ਦੋ ਘੁਲਣਸ਼ੀਲ ਦਰਵਾਂ ਦੇ ਮਿਸ਼ਰਣ ਨੂੰ ਨਿਖੇੜਨ ਵਾਸਤੇ ਵਰਤੀ ਜਾਂਦੀ ਹੈ, ਜਿਸ ਨੂੰ ਕਿ ਕਸ਼ੀਦਨ ਜਾਂ ਫਿਰ ਅੰਗਰੇਜ਼ੀ ਵਿੱਚ ਡਿਸਟਿਲੇਸ਼ਨ ਕਿਹਾ ਜਾਂਦਾ ਹੈ, ਉਸ ਦੀ ਵਰਤੋਂ ਨਾਲ ਨਿਖੇੜਿਆ ਜਾਵੇਗਾ। ਮਿਸ਼ਰਣ ਨੂੰ ਕਸ਼ੀਦਨ ਫਲਾਸਕ, ਡਿਸਟਿਲੇਸ਼ਨ ਫਲਾਸਕ, ਜੋ ਕਿ ਇਹ ਤੁਸੀਂ ਦੇਖ ਸਕਦੇ ਹੋ, ਇਹ ਡਿਸਟਿਲੇਸ਼ਨ ਫਲਾਸਕ ਹੈ, ਵਿੱਚ ਲਓ। ਇਸ ਵਿੱਚ ਥਰਮਾਮੀਟਰ ਲਗਾਓ। ਥਰਮਾਮੀਟਰ ਤੁਸੀਂ ਦੇਖੋਗੇ ਉੱਪਰ ਲਗਾ ਦਿੱਤਾ ਗਿਆ। ਉਪਕਰਨ ਨੂੰ ਦਿੱਤੇ ਗਏ ਚਿੱਤਰ 2.9 ਦੇ ਅਨੁਸਾਰ ਫਿੱਟ ਕਰੋ। ਪੂਰਾ ਆਪਰੇਟਸ ਤੁਸੀਂ 2.9 ਦੇ ਮੁਤਾਬਕ ਫਿੱਟ ਕਰ ਲੈਣਾ। ਮਿਸ਼ਰਣ ਨੂੰ ਹੌਲੀ-ਹੌਲੀ ਗਰਮ ਕਰੋ ਅਤੇ ਸਾਵਧਾਨੀ ਨਾਲ ਥਰਮਾਮੀਟਰ ਨੂੰ ਵੇਖੋ। ਤੁਸੀਂ ਨੀਚੋਂ ਬਰਨਰ ਨਾਲ ਇਸ ਨੂੰ ਆਂਚ ਦੇਣੀ ਹੈ, ਇਸ ਨੂੰ ਹੀਟ ਦੇਣੀ ਹੈ ਅਤੇ ਇਸ ਨੂੰ ਹੌਲੀ-ਹੌਲੀ ਗਰਮ ਕਰਨਾ ਹੈ ਅਤੇ ਥਰਮਾਮੀਟਰ ਰਾਹੀਂ ਟੈਂਪਰੇਚਰ, ਤਾਪਮਾਨ ਵਿੱਚ ਆਉਂਦੇ ਬਦਲਾਅ ਨੂੰ ਨੋਟ ਕਰਨਾ। ਐਸੀਟੋਨ ਵਾਸ਼ਪੀਕ੍ਰਿਤ ਹੁੰਦਾ ਹੈ ਅਤੇ ਦ੍ਰਵਿਤ ਹੋ ਕੇ ਦ੍ਰਵਣ ਯੰਤਰ ਰਾਹੀਂ ਬਾਹਰ ਨਿਕਲ ਕੇ ਇਸ ਨੂੰ ਬਰਤਨ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ। ਤੁਸੀਂ ਦੇਖੋਗੇ ਜੋ ਕਿ ਐਸੀਟੋਨ ਹੈ, ਉਸ ਦਾ ਜੋ ਬੋਇਲਿੰਗ ਪੁਆਇੰਟ ਹੈ ਉਹ ਪਾਣੀ ਤੋਂ ਨੀਚੇ ਹੈ। ਇਸ ਕਾਰਨ ਉਹ ਪਹਿਲਾਂ ਵਾਸ਼ਪੀਕ੍ਰਿਤ ਹੋਏਗਾ ਅਤੇ ਇੱਥੋਂ ਵਾਸ਼ਪੀਕ੍ਰਿਤ ਹੋ ਕੇ ਇਸ ਵਿੱਚੋਂ ਦੀ ਇਸ ਦੇ ਵਾਸ਼ਪ ਜੋ ਹਨ ਇੱਥੇ ਐਂਟਰ ਕਰਕੇ ਇੱਥੇ ਜਾ ਕੇ ਠੰਡੇ ਹੋਣਗੇ, ਕੰਡੈਂਸ ਹੋਣਗੇ ਅਤੇ ਜੋ ਐਸੀਟੋਨ ਹੈ ਉਹ ਨੀਚੇ ਦੁਬਾਰਾ ਦ੍ਰਵਿਤ ਹੋ ਕੇ ਇੱਥੋਂ ਉਹ ਗੈਸ ਵਿੱਚ ਕਨਵਰਟ ਹੋਏਗਾ ਵਾਸ਼ਪਾਂ ਵਿੱਚ, ਅਤੇ ਇੱਥੇ ਕੰਡੈਂਸ ਹੋ ਕੇ ਠੰਡਾ ਹੋ ਕੇ ਦੁਬਾਰਾ ਦ੍ਰਵ ਵਿੱਚ ਕਨਵਰਟ ਹੋ ਕੇ ਪਰਿਵਰਤਿਤ ਹੋ ਕੇ ਤੁਹਾਨੂੰ ਨੀਚੇ ਇਸ ਬੀਕਰ ਵਿੱਚ ਇਕੱਠਾ ਹੁੰਦਾ ਦਿਖਾਈ ਦੇ ਸਕੇਗਾ। ਐਸੀਟੋਨ ਵਾਸ਼ਪੀਕ੍ਰਿਤ ਹੁੰਦਾ ਹੈ ਅਤੇ ਦ੍ਰਵਿਤ ਕੰਡੈਂਸ ਹੋ ਕੇ ਦ੍ਰਵਣ ਯੰਤਰ ਕੰਡੈਂਸਰ, ਇਸ ਜੋ ਇਹ ਉਪਕਰਨ ਹੈ ਬੱਚਿਓ, ਇਸ ਨੂੰ
द्रवण यंत्र कहा जाता है। एसीटोन वाष्पीकृत ਹੁੰਦਾ ਹੈ ਅਤੇ द्रवित ਹੋ ਕੇ द्रवण यंत्र ਰਾਹੀਂ ਬਾਹਰ ਨਿਕਲਣ ਤੇ ਇਸ ਨੂੰ ਬਰਤਨ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ। ਅਤੇ ਇਸ ਦਾ ਦੂਸਰਾ ਘਟਕ ਜੋ ਕਿ ਪਾਣੀ ਜਲ ਉਹ ਕਿੱਥੇ ਬਚ ਜਾਂਦਾ ਹੈ? ਜਲ ਕਸ਼ੀਤਨ ਫਲਾਸਕ ਵਿੱਚ ਬਾਕੀ ਰਹਿ ਜਾਂਦਾ ਹੈ। ਜੋ ਪਾਣੀ ਹੈ ਉਹ ਇਸ ਫਲਾਸਕ ਵਿੱਚ ਬਾਕੀ ਰਹਿ ਜਾਂਦਾ ਹੈ। ਇਸ ਤਰ੍ਹਾਂ ਹੋਇਆ ਕਿ ਜੋ ਦੋ ਘਟਕ ਸਨ ਐਸੀਟੋਨ ਐਂਡ ਵਾਟਰ, ਉਹ ਦੋਨੋਂ ਸੀ ਬਿਲਕੁਲ ਘੁਲਣਸ਼ੀਲ, ਉਹ ਬਿਲਕੁਲ ਇੱਕਮਿਕ ਹੋ ਗਏ ਸਨ, ਪਰੰਤੂ ਉਹਨਾਂ ਦੇ ਬੋਇਲਿੰਗ ਪੁਆਇੰਟ, ਉਹਨਾਂ ਦੇ ਅਲੱਗ-ਅਲੱਗ ਬੋਇਲਿੰਗ ਪੁਆਇੰਟ ਹੋਣ ਕਾਰਨ ਹੋਇਆ ਕਿ ਉਹ ਜੋ ਘਟਕ ਸੀ ਉਹ ਪਹਿਲਾਂ ਵਾਸ਼ਪੀਕ੍ਰਿਤ ਹੋ ਗਿਆ ਅਤੇ ਉਸ ਨੂੰ ਅਸੀਂ ਠੰਡਾ ਕਰਕੇ ਦੂਜੇ ਬਰਤਨ ਵਿੱਚ ਇਕੱਠਾ ਕਰ ਲਿਆ ਅਤੇ ਬਾਕੀ ਕੀ ਬਚਿਆ? ਪਾਣੀ, ਜਲ, ਵਾਟਰ। ਸੋ ਮੈਨੂੰ ਆਸ ਹੈ ਕਿ ਇਹ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਸਮਝ ਗਏ ਹੋਗੇ ਬੱਚਿਓ। ਇਸ ਵਿਧੀ ਨੂੰ ਕਸ਼ੀਦਨ ਕਿਹਾ ਜਾਂਦਾ ਹੈ। ਇਸ ਵਿਧੀ ਨੂੰ ਕੀ ਕਿਹਾ ਜਾਂਦਾ ਹੈ? ਡਿਸਟਿਲੇਸ਼ਨ। ਇਸ ਦੀ ਵਰਤੋਂ ਅਜਿਹੇ ਮਿਸ਼ਰਣ ਨੂੰ ਨਿਕਲਣ ਲਈ ਕੀਤੀ ਜਾਂਦੀ ਹੈ ਜੋ ਵਿਘਟਿਤ ਹੋਏ ਬਿਨਾਂ ਉਬਲਦੇ ਹਨ ਅਤੇ ਜਿਨ੍ਹਾਂ ਘਟਕਾਂ ਦੇ ਉਬਾਲ ਦਰਜਿਆਂ ਵਿੱਚ ਵਧੇਰੇ ਅੰਤਰ ਹੁੰਦਾ ਹੈ। ਸੋ ਤੁਸੀਂ ਸਮਝ ਚੁੱਕੇ ਹੋਗੇ ਬੱਚਿਓ, ਇਹਨਾਂ ਦੋ ਐਸੀਟੋਨ ਅਤੇ ਪਾਣੀ ਦੇ ਉਬਾਲ ਦਰਜਿਆਂ ਵਿੱਚ ਅੰਤਰ ਹੋਣ ਕਾਰਨ ਹੀ ਇਹ ਜੋ ਵਿਧੀ ਹੈ ਉਹ ਕਾਰਗਰ ਹੋ ਪਾਈ, ਕਿਉਂਕਿ ਜੇ ਇਹਨਾਂ ਦੇ ਉਬਾਲ ਦਰਜਿਆਂ ਵਿੱਚ ਅੰਤਰ ਜ਼ਿਆਦਾ ਨਾ ਹੁੰਦਾ ਤਾਂ ਦੋਨੋਂ ਦਰਵ ਜੋ ਸਨ ਇਕੱਠੇ ਹੀ ਵਾਸ਼ਪੀਕ੍ਰਿਤ ਹੁੰਦੇ ਅਤੇ ਅਲੱਗ ਨਾ ਹੋ ਪਾਉਂਦੇ। ਪਰੰਤੂ ਇਸ ਕੇਸ ਵਿੱਚ ਹੈ ਕੀ ਹੈ, ਜੋ ਪਾਣੀ ਦਾ ਉਬਾਲ ਦਰਜਾ ਉਹ 100 ਡਿਗਰੀ ਤੇ ਹੈ ਅਤੇ ਐਸੀਟੋਨ ਦਾ ਉਬਾਲ ਦਰਜਾ ਕਾਫੀ ਘੱਟ ਹੈ, ਉਹ 56 ਡਿਗਰੀ ਸੈਂਟੀਗ੍ਰੇਡ ਤੇ ਹੈ। ਇਸ ਕਰਕੇ ਹੋਇਆ ਕਿ ਪਹਿਲਾਂ ਪਾਣੀ ਵਾਸ਼ਪੀਕ੍ਰਿਤ ਹੋਏ ਬਿਨਾਂ ਐਸੀਟੋਨ ਵਾਸ਼ਪੀਕ੍ਰਿਤ ਹੋ ਗਿਆ, ਉਹ ਇਵੈਪੋਰੇਟ ਹੋ ਗਿਆ ਅਤੇ ਬੀਕਰ ਵਿੱਚ ਇਕੱਠਾ ਹੋ ਪਾਇਆ ਕੰਡੈਂਸ ਹੋਣ ਤੋਂ ਬਾਅਦ। ਸੋ ਆਓ ਕੁਝ ਵੇਖਣਾ ਬਾਰੇ, ਕੁਝ ਆਬਜ਼ਰਵੇਸ਼ਨਸ ਬਾਰੇ ਅਸੀਂ ਡਿਸਕਸ਼ਨ ਕਰੀਏ। ਜਦੋਂ ਤੁਸੀਂ ਮਿਸ਼ਰਣ ਨੂੰ ਗਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਕੀ ਪ੍ਰੀਖਣ, ਕੀ ਆਬਜ਼ਰਵ ਕਰਦੇ ਹੋ? ਅਸੀਂ ਇਹ ਆਬਜ਼ਰਵ ਕਰਾਂਗੇ ਕਿ ਜੋ ਇਹ ਮਿਸ਼ਰਣ ਹੈ ਇਹ ਉਬਲਣਾ ਸ਼ੁਰੂ ਕਰ ਦੇਵੇਗਾ ਅਤੇ ਇਹਦੇ ਵਿੱਚੋਂ ਕੁਝ ਵਾਸ਼ਪਾਂ ਨਿਕਲ ਕੇ ਸਾਨੂੰ ਉੱਪਰ ਜਾਂਦੀਆਂ ਦਿਖਾਈ ਦੇਣਗੀਆਂ, ਜੋ ਕਿ ਇਹਦੇ ਵਿੱਚੋਂ ਜਾ ਕੇ ਕੰਡੈਂਸ ਹੋ ਕੇ ਇੱਥੇ ਜੋ ਇੱਕ द्रव ਦੇ ਰੂਪ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਇਹ ਕੀ ਹੈ ਬੱਚਿਓ? ਐਸੀਟੋਨ। ਕੁਝ ਸਮੇਂ ਲਈ ਕਿਸ ਤਾਪਮਾਨ ਤੇ ਥਰਮਾਮੀਟਰ ਦੀ ਰੀਡਿੰਗ ਸਥਿਰ ਹੋ ਜਾਂਦੀ ਹੈ? ਤੁਸੀਂ ਦੇਖੋਗੇ ਇਸ ਕਿਰਿਆ ਦੌਰਾਨ ਜੋ ਥਰਮਾਮੀਟਰ ਦੀ ਰੀਡਿੰਗ ਹੈ ਕੁਝ ਸਮੇਂ ਲਈ 56 ਡਿਗਰੀ ਸੈਂਟੀਗ੍ਰੇਡ ਤੇ ਸਥਿਰ ਹੋ ਜਾਏਗੀ, ਜੋ ਕਿ ਉਬਾਲ ਦਰਜਾ ਹੈ ਕਿਸ ਦਾ? ਐਸੀਟੋਨ ਦਾ। ਐਸੀਟੋਨ ਦਾ ਉਬਾਲ ਦਰਜਾ ਕੀ ਹੈ? ਫਿਰ ਉਹੀ ਇਸ ਦਾ ਜਵਾਬ ਪਹਿਲਾਂ ਅਸੀਂ ਦੱਸ ਚੁੱਕੇ ਹਾਂ, ਡਿਸਕਸ ਕਰ ਚੁੱਕੇ ਹਾਂ। 56 ਡਿਗਰੀ ਸੈਂਟੀਗ੍ਰੇਡ, 56 ਡਿਗਰੀ ਸੈਂਟੀਗ੍ਰੇਡ। ਦੋਵਾਂ ਘਟਕਾਂ ਨੂੰ ਅਸੀਂ ਨਿਖੇੜ ਸਕਦੇ ਹਾਂ। ਕਿਉਂ? ਇਹਦਾ ਕਾਰਨ ਵੀ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਡਿਸਕਸ ਕਰ ਚੁੱਕੇ ਹਾਂ। ਇਹਨਾਂ ਨੂੰ ਅਸੀਂ ਇਸ ਕਰਕੇ ਨਿਖੇੜ ਸਕਦੇ ਹਾਂ ਇਸ ਵਿਧੀ ਰਾਹੀਂ ਕਿਉਂਕਿ ਇਹਨਾਂ ਦੇ ਉਬਾਲ ਦਰਜਿਆਂ ਵਿੱਚ ਜੋ ਫਰਕ ਹੈ, ਜੋ ਡਿਫਰੈਂਸ ਹੈ ਉਹ ਕਾਫੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਇਹ ਇੱਕੋ ਸਮੇਂ ਤੇ ਵਾਸ਼ਪੀਕ੍ਰਿਤ ਨਹੀਂ ਹੁੰਦੇ ਅਤੇ ਇਸ ਵਿਧੀ ਰਾਹੀਂ ਅਲੱਗ ਹੋ ਸਕਦੇ ਹਨ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਸੋ ਅਗਲੀ ਨਿਖੇੜਨ ਦੀ ਵਿਧੀ ਸੈਪਰੇਸ਼ਨ ਟੈਕਨੀਕ, ਪ੍ਰਭਾਜੀ ਕਸ਼ੀਦਨ, ਫ੍ਰੈਕਸ਼ਨਲ ਡਿਸਟਿਲੇਸ਼ਨ ਮੈਥਡ। ਇਹ ਬੱਚਿਓ ਕਿੱਥੇ ਵਰਤਿਆ ਜਾਂਦਾ ਹੈ? ਇਹ ਹੈ ਤਾਂ ਡਿਸਟਿਲੇਸ਼ਨ ਹੀ, ਪਰੰਤੂ ਇਹ ਉਹਨਾਂ ਮਿਸ਼ਰਣਾਂ, ਉਹਨਾਂ ਮਿਕਸਚਰਸ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਦੋ ਜਾਂ ਦੋ ਤੋਂ ਵੱਧ ਦਰਵਾਂ ਦਾ ਮਿਸ਼ਰਣ ਹੋਵੇ ਅਤੇ ਉਹਨਾਂ ਦੇ ਉਬਾਲ ਦਰਜਿਆਂ ਵਿੱਚ ਕੋਈ ਵਧੇਰੇ ਫਰਕ, ਜ਼ਿਆਦਾ ਡਿਫਰੈਂਸ ਨਾ ਹੋਵੇ। ਸੋ ਉੱਥੇ ਕੀ ਵਰਤਿਆ ਜਾਏਗਾ? ਡਿਸਟਿਲੇਸ਼ਨ ਨਹੀਂ ਵਰਤੀ ਜਾਏਗੀ, ਉੱਥੇ ਕਸ਼ੀਦਨ ਨਹੀਂ ਵਰਤਿਆ ਜਾਏਗਾ, ਉੱਥੇ ਵਰਤੀ ਜਾਏਗੀ ਫ੍ਰੈਕਸ਼ਨਲ ਡਿਸਟਿਲੇਸ਼ਨ। ਦੋ ਜਾਂ ਦੋ ਤੋਂ ਵੱਧ ਘੁਲਣਸ਼ੀਲ ਦਰਵਾਂ ਜਿਨ੍ਹਾਂ ਦੇ ਉਬਾਲ ਦਰਜਿਆਂ ਵਿੱਚ ਅੰਤਰ 25 ਕੈਲਵਿਨ ਤੋਂ ਘੱਟ ਹੋਵੇ ਦੇ ਮਿਸ਼ਰਣ ਨੂੰ ਨਿਖੇੜਨ ਲਈ ਅੰਸ਼ਿਕ ਕਸ਼ੀਦਨ ਵਿਧੀ ਜਾਂ ਫਿਰ ਫ੍ਰੈਕਸ਼ਨਲ ਡਿਸਟਿਲੇਸ਼ਨ ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਹਵਾ ਵਿੱਚੋਂ ਵੱਖ-ਵੱਖ ਗੈਸਾਂ ਦਾ ਨਿਖੇੜਨ ਅਤੇ ਪੈਟਰੋਲੀਅਮ ਉਪਜਾਂ ਤੋਂ ਉਹਨਾਂ ਦੇ ਵੱਖ-ਵੱਖ ਘਟਕਾਂ ਦਾ ਨਿਖੇੜਨ, ਇਹ ਦੋ ਕਿਰਿਆਵਾਂ ਵਿੱਚ ਕੀ ਵਰਤਿਆ ਜਾਂਦਾ ਹੈ? ਫ੍ਰੈਕਸ਼ਨਲ ਡਿਸਟਿਲੇਸ਼ਨ ਜਾਂ ਫਿਰ ਅੰਸ਼ਿਕ ਕਸ਼ੀਦਨ ਜਾਂ ਫਿਰ ਪ੍ਰਭਾਜੀ ਕਸ਼ੀਦਨ। ਇਸ ਦਾ ਉਪਕਰਨ ਸਧਾਰਨ ਕਸ਼ੀਦਨ ਵਿਧੀ ਦੇ ਸਮਾਨ ਹੀ ਹੁੰਦਾ ਹੈ। ਜੋ ਆਪਰੇਟਸ ਹੈ ਇਸ ਦਾ ਉਹ ਬਿਲਕੁਲ ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ, ਲਗਭਗ ਕਸ਼ੀਦਨ ਵਿਧੀ ਦੇ ਵਰਗਾ ਹੀ ਹੈ। ਸਿਰਫ ਕਸ਼ੀਦਨ ਫਲਾਸਕ ਅਤੇ ਦਰਵਣ ਯੰਤਰ ਦੇ ਵਿਚਕਾਰ ਇੱਕ ਪ੍ਰਭਾਜੀ ਸਤੰਭ ਫ੍ਰੈਕਸ਼ਨਲ ਕਾਲਮ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਦੇਖੋਗੇ ਬੱਚਿਓ ਕਸ਼ੀਦਨ ਵਿਧੀ ਵਿੱਚ ਫਲਾਸਕ ਦੇ ਨਾਲ ਅਸੀਂ ਇਹ ਜੋ ਕੰਡੈਂਸਰ ਸੀਗਾ, ਜੋ ਕੰਡੈਂਸਿੰਗ ਯੰਤਰ ਸੀਗਾ, ਜੋ ਦਰਵਣ ਯੰਤਰ ਸੀ ਉਹ ਲਗਾਇਆ ਸੀ, ਪਰੰਤੂ ਇਸ ਵਿਧੀ ਵਿੱਚ ਕੀ ਹੈ? ਇੱਕ ਹੋਰ ਯੰਤਰ ਇਹਨਾਂ ਦੋਹਾਂ ਦੇ ਵਿਚਕਾਰ ਲੱਗਿਆ ਤੁਹਾਨੂੰ ਦਿਖ ਰਿਹਾ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਪ੍ਰਭਾਜੀ ਕਾਲਮ ਜਾਂ ਫਿਰ ਫ੍ਰੈਕਸ਼ਨੇਟਿੰਗ ਕਾਲਮ। ਸਧਾਰਨ ਪ੍ਰਭਾਜੀ ਸਤੰਭ ਇੱਕ ਨਲੀ ਹੁੰਦੀ ਹੈ ਜੋ ਕੱਚ ਦੇ ਗੁਟਕਿਆਂ ਨਾਲ ਭਰੀ ਹੁੰਦੀ ਹੈ। ਇਹ ਗੁਟਕੇ ਵਾਸ਼ਪਾਂ ਨੂੰ ਠੰਡਾ ਅਤੇ ਦਰਵਿਤ ਹੋਣ ਲਈ ਸਤਹ ਪ੍ਰਦਾਨ ਕਰਦੇ ਹਨ, ਜਿਵੇਂ ਕਿ ਚਿੱਤਰ 2.10 ਵਿੱਚ ਦਿਖਾਇਆ ਜਾ ਰਿਹਾ ਹੈ। ਸੋ ਆਓ ਇਹਦੇ ਬਾਰੇ ਅੱਗੇ ਹੋਰ ਡਿਟੇਲ ਵਿੱਚ ਪੜ੍ਹਦੇ ਹਾਂ ਬੱਚੇ। ਇਸ ਦੀ ਵਰਤੋਂ
ਅਸੀਂ ਪੜ੍ਹਿਆ ਕਿ ਪੈਟਰੋਲੀਅਮ ਵਿੱਚੋਂ ਉਸਦੇ ਘਟਕਾਂ ਨੂੰ ਅਲੱਗ ਕਰਨ ਲਈ ਅਤੇ ਹਵਾ ਵਿੱਚੋਂ ਅਲੱਗ-ਅਲੱਗ ਗੈਸਾਂ ਨੂੰ ਵੱਖ ਕਰਨ ਲਈ ਕੀਤੀ ਜਾਂਦੀ ਹੈ। ਉਹਨਾਂ ਵਿੱਚੋਂ ਇੱਕ ਉਦਾਹਰਨ ਹਵਾ ਵਿੱਚੋਂ ਗੈਸਾਂ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਹਵਾ ਵਿੱਚੋਂ ਗੈਸਾਂ ਨੂੰ ਅਲੱਗ ਕਰਨ ਦੀ ਉਦਾਹਰਨ ਨੂੰ ਅਸੀਂ ਡਿਟੇਲ ਵਿੱਚ ਡਿਸਕਸ ਕਰਾਂਗੇ, ਪੜਾਂਗੇ। ਹਵਾ ਇੱਕ ਸਮੰਗੀ ਮਿਸ਼ਰਣ ਹੈ। ਸਾਨੂੰ ਪਤਾ ਹੈ ਕਿ ਹਵਾ ਵਿੱਚ ਵੱਖ-ਵੱਖ ਗੈਸਾਂ ਹੁੰਦੀਆਂ ਹਨ ਜਿਨ੍ਹਾਂ ਦੀ ਇੱਕ ਨਿਰਧਾਰਿਤ ਪਰਸੈਂਟੇਜ ਹੈ, ਮਿਕਦਾਰ ਹੈ। ਹਵਾ ਕੀ ਹੈ? ਇੱਕ ਸਮੰਗੀ ਮਿਸ਼ਰਣ ਹੈ। ਇਸ ਦੇ ਘਟਕਾਂ ਨੂੰ ਪ੍ਰਭਾਜੀ ਕਸ਼ੀਦਨ ਰਾਹੀਂ ਨਿਖੇੜਿਆ ਜਾ ਸਕਦਾ ਹੈ। ਪ੍ਰਵਾਹ ਚਿੱਤਕ 2.11 ਜੋ ਇਹ ਫਲੋ ਚਾਰਟ ਹੈ, ਪ੍ਰਵਾਹ ਚਿੱਤਕ ਯਾਨੀ ਕਿ ਫਲੋ ਚਾਰਟ 2.11 ਇਸ ਵਿਧੀ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦਾ ਹੈ। ਪਹਿਲਾ ਪੜਾਅ ਕੀ ਹੈ ਬੱਚਿਓ? ਹਵਾ। ਦਬਾਅ ਵਧਾ ਕੇ ਅਤੇ ਤਾਪਮਾਨ ਘਟਾ ਕੇ ਹਵਾ ਨੂੰ ਨਪੀੜਨਾ ਅਤੇ ਠੰਡਾ ਕਰਨਾ। ਇਸ ਨਾਲ ਕੀ ਹੈ? ਪ੍ਰੈਸ਼ਰ ਵਧਾ ਕੇ ਅਤੇ ਤਾਪਮਾਨ ਨੂੰ ਘਟਾ ਕੇ ਇਸ ਨੂੰ ਨਪੀੜਿਆ ਜਾਂਦਾ ਹੈ, ਕੰਪਰੈਸ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੁੰਦਾ ਕੀ ਹੈ? ਹਵਾ ਦਰਵਿਤ ਹੋ ਜਾਂਦੀ ਹੈ, ਉਹ ਲਿਕੁਇਡਿਫਾਈ ਹੋ ਜਾਂਦੀ ਹੈ। ਪ੍ਰਭਾਜੀ ਕਸ਼ੀਦਨ ਕਾਲਮ ਵਿੱਚ ਹਵਾ ਨੂੰ ਹੌਲੀ-ਹੌਲੀ ਗਰਮ ਕਰਨਾ। ਫਿਰ ਇੱਕ ਪ੍ਰਭਾਜੀ ਕਾਲਮ ਵਿੱਚ ਇਸ ਹਵਾ ਨੂੰ ਹੌਲੀ-ਹੌਲੀ ਗਰਮ ਕੀਤਾ ਜਾਂਦਾ ਹੈ। ਵੱਖ-ਵੱਖ ਉਚਾਈਆਂ ਤੇ ਗੈਸਾਂ ਦਾ ਨਿਖੇੜਨ। ਇਹ ਤੁਸੀਂ ਨੀਚੇ ਦੇਖ ਸਕਦੇ ਹੋ ਇੱਕ ਚਾਰਟ ਜਿਸ ਵਿੱਚ ਉਬਾਲ ਦਰਜਾ ਅਤੇ ਗੈਸਾਂ ਦਾ ਨਾਮ ਦੱਸਿਆ ਗਿਆ ਹੈ। ਕਿਸ-ਕਿਸ ਟੈਂਪਰੇਚਰ ਤੇ ਕਿਹੜੀ-ਕਿਹੜੀ ਗੈਸ ਕਿੰਨੀ-ਕਿੰਨੀ ਮਾਤਰਾ ਵਿੱਚ, ਕਿੰਨੀ-ਕਿੰਨੀ ਪ੍ਰਤੀਸ਼ਤ ਵਿੱਚ ਅਲੱਗ ਹੋਵੇਗੀ। ਇੱਥੇ ਤੁਸੀਂ ਦੇਖੋਗੇ ਦਰਵਿਤ ਹਵਾ ਜਦੋਂ ਉਸਦਾ ਤਾਪਮਾਨ ਵਧਾਇਆ ਜਾਏਗਾ ਤਾਂ ਸਭ ਤੋਂ ਪਹਿਲਾਂ ਨਾਈਟ੍ਰੋਜਨ ਜੋ ਕਿ -196 ਡਿਗਰੀ ਸੈਲਸੀਅਸ ਤੇ ਅਲੱਗ ਹੋ ਜਾਏਗੀ, ਜਿਸ ਦਾ ਕਿ ਪ੍ਰਤੀਸ਼ਤ ਕਿੰਨਾ ਹੈ? 78.1। ਸਾਨੂੰ ਪਤਾ ਹੈ ਕਿ ਹਵਾ ਵਿੱਚ ਨਾਈਟ੍ਰੋਜਨ ਕਿੰਨੇ ਪ੍ਰਤੀਸ਼ਤ ਹੁੰਦੀ ਹੈ। ਉਸ ਤੋਂ ਬਾਅਦ ਅਗਲੀ ਗੈਸ ਜੋ ਅਲੱਗ ਹੋਏਗੀ, ਜੋ ਜਦੋਂ ਇਸ ਦਾ ਟੈਂਪਰੇਚਰ ਦਰਵਿਤ ਹਵਾ ਦਾ -186 ਥੋੜਾ ਗਰਮ ਹੋਏਗੀ, ਥੋੜਾ ਇਸ ਦਾ ਜੋ ਟੈਂਪਰੇਚਰ ਹੈ ਉਹ ਵਧੇਗਾ ਤਾਂ ਕੀ ਹੋਏਗਾ? 0.9% ਜੋ ਹੈ ਆਰਗਨ, ਉਹ ਗੈਸ ਅਲੱਗ ਹੋ ਜਾਏਗੀ। ਅਤੇ ਉਸ ਤੋਂ ਬਾਅਦ ਜਿਵੇਂ ਇਸ ਦਾ ਟੈਂਪਰੇਚਰ, ਇਸ ਘੋਲ ਦਾ ਟੈਂਪਰੇਚਰ -183 ਡਿਗਰੀ ਤੇ ਆਏਗਾ ਤਾਂ 20.9% ਆਕਸੀਜਨ ਵੀ ਇਸ ਤੋਂ ਅਲੱਗ ਹੋ ਜਾਏਗੀ। ਅਤੇ ਇਸ ਤਰ੍ਹਾਂ ਨਾਲ ਅਸੀਂ ਤਿੰਨੋਂ ਗੈਸਾਂ ਇਸ ਤੋਂ ਅਲੱਗ ਕਰ ਲਿੱਤੀਆਂ ਹਨ। ਹਵਾ ਨੂੰ ਅਸੀਂ ਵਿਭਾਜਿਤ ਕਰ ਲਿੱਤਾ ਹੈ ਕਿਹਨਾਂ ਵਿੱਚ? ਅਲੱਗ-ਅਲੱਗ ਗੈਸਾਂ ਵਿੱਚ। ਕਿਸ ਵਿਧੀ ਰਾਹੀਂ? ਫ੍ਰੈਕਸ਼ਨਲ ਡਿਸਟਿਲੇਸ਼ਨ ਰਾਹੀਂ। ਸੋ ਬੱਚਿਓ ਅੱਗੇ ਦੇਖਦੇ ਹਾਂ। ਜੇ ਅਸੀਂ ਹਵਾ ਵਿੱਚੋਂ ਆਕਸੀਜਨ ਗੈਸ ਚਿੱਤਕ 2.12 ਇਹ ਤੁਸੀਂ ਦੇਖੋਗੇ, ਇਹ ਬਹੁਤ ਹੀ ਇੰਪੋਰਟੈਂਟ ਹੈ ਬੱਚਿਓ। ਇਹਨੂੰ ਧਿਆਨ ਨਾਲ ਪੜ੍ਹਨਾ ਤੇ ਬਹੁਤ ਹੀ ਅੱਛੀ ਤਰ੍ਹਾਂ ਇਸ ਨੂੰ ਯਾਦ ਕਰਨਾ ਕਿਉਂਕਿ ਇਹ ਅੱਗੇ ਜਾ ਕੇ ਵੀ ਵੱਡੀਆਂ ਕਲਾਸਾਂ ਵਿੱਚ ਵੀ ਤੁਹਾਨੂੰ ਬਹੁਤ ਹੀ ਕੰਮ ਆਵੇਗਾ। ਜੇ ਅਸੀਂ ਹਵਾ ਵਿੱਚੋਂ ਆਕਸੀਜਨ ਗੈਸ ਜਿਵੇਂ ਕਿ ਚਿੱਤਕ 2.12 ਵਿੱਚ ਦੱਸਿਆ ਗਿਆ ਹੈ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਹਵਾ ਵਿੱਚ ਮੌਜੂਦ ਦੂਜੀਆਂ ਗੈਸਾਂ ਨੂੰ ਵੱਖ ਕਰਨਾ ਹੋਵੇਗਾ। ਦਰਵਿਤ ਹਵਾ ਪ੍ਰਾਪਤ ਕਰਨ ਲਈ ਅਸੀਂ ਪਹਿਲਾਂ ਹਵਾ ਤੇ ਦਬਾਅ ਵਧਾਇਆ ਜਾਂਦਾ ਹੈ ਅਤੇ ਫਿਰ ਤਾਪਮਾਨ ਨੂੰ ਘਟਾ ਕੇ ਉਸ ਨੂੰ ਠੰਡਾ ਕਰਕੇ ਉਸ ਨੂੰ ਨਪੀੜਿਆ ਜਾਂਦਾ ਹੈ, ਕੰਪਰੈਸ ਕੀਤਾ ਜਾਂਦਾ ਹੈ। ਇਸ ਦਰਵਿਤ ਗੈਸ ਨੂੰ ਪ੍ਰਭਾਜੀ ਕਸ਼ੀਦਨ ਸਤੰਭ ਵਿੱਚ ਹੌਲੀ-ਹੌਲੀ ਗਰਮ ਕੀਤਾ ਜਾਂਦਾ ਹੈ, ਜਿੱਥੇ ਸਾਰੀਆਂ ਗੈਸਾਂ ਵੱਖ-ਵੱਖ ਉਚਾਈਆਂ ਤੇ ਆਪਣੇ ਉਬਾਲ ਦਰਜੇ ਦੇ ਅਨੁਸਾਰ ਨਿਖੜ ਜਾਂਦੀਆਂ ਹਨ, ਸੈਪਰੇਟ ਹੋ ਜਾਂਦੀਆਂ ਹਨ, ਜਿਵੇਂ ਕਿ ਚਿੱਤਕ 2.12 ਵਿੱਚ ਦਰਸਾਇਆ ਗਿਆ ਹੈ। ਤੁਸੀਂ ਇਹ ਚਿੱਤਰ ਨੂੰ ਡਿਸਕਸ ਕਰ ਸਕਦੇ ਹਾਂ। ਅਸੀਂ ਇਹ ਹੁਣ ਚਿੱਤਰ ਨੂੰ ਡਿਸਕਸ ਕਰਾਂਗੇ। ਇੱਥੋਂ ਬੱਚਿਓ ਹਵਾ ਐਂਟਰ ਹੁੰਦੀ ਹੈ ਜਿੱਥੇ ਕਿ ਇਸ ਤੇ ਦਬਾਅ ਵਧਾ ਕੇ ਇਸ ਦਾ ਨਪੀੜਨ ਕੀਤਾ ਜਾਂਦਾ ਹੈ ਅਤੇ ਕਿਉਂਕਿ ਪ੍ਰੈਸ਼ਰ ਵਧਣ ਤੋਂ ਬਾਅਦ ਜੋ ਹਵਾ ਗਰਮ ਹੋ ਜਾਏਗੀ, ਇਸ ਦਾ ਟੈਂਪਰੇਚਰ ਵੱਧ ਜਾਏਗਾ, ਇਸ ਨੂੰ ਇਸ ਚੈਂਬਰ ਵਿੱਚ ਠੰਡਾ ਕੀਤਾ ਜਾਂਦਾ ਹੈ। ਠੰਡਾ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹ ਗੈਸ ਠੰਡੀ ਹੋਏਗੀ ਕਿਵੇਂ? ਇਹ ਗਰਮ ਹਵਾ ਜੋ ਹੈ ਇਹ ਠੰਡੀ ਹੋਏਗੀ ਕਿਵੇਂ? ਜਮਿਆ ਹੋਇਆ ਠੰਡਾ ਪਾਣੀ ਇਸ ਚੈਂਬਰ ਵਿੱਚ ਇੱਦਾਂ ਘੁੰਮਦਾ ਰਹੇਗਾ ਜੋ ਕਿ ਇਸ ਹਵਾ ਦਾ ਤਾਪਮਾਨ ਨੂੰ ਬਿਲਕੁਲ ਘਟਾ ਕੇ ਇਸ ਨੂੰ ਠੰਡਾ ਕਰ ਦੇਗਾ। ਹੁਣ ਇਸ ਵਿੱਚੋਂ ਨਿਕਲੇਗੀ ਕੀ? ਠੰਡੀ ਨਪੀੜਤ ਹਵਾ ਜੋ ਕਿ ਪਹਿਲਾਂ ਹੀ ਕੰਪਰੈਸ ਕੀਤੀ ਗਈ ਸੀ ਅਤੇ ਇਸ ਚੈਂਬਰ ਵਿੱਚ ਇਸ ਨੂੰ ਬਹੁਤ ਹੀ ਜ਼ਿਆਦਾ ਠੰਡਾ ਕਰ ਦਿੱਤਾ ਗਿਆ ਅਤੇ ਇਹ ਠੰਡੀ ਨਪੀੜਤ ਹਵਾ ਇਸ ਚੈਂਬਰ ਵਿੱਚ ਇਕੱਠੀ ਹੋਏਗੀ ਜਿੱਥੇ ਕਿ ਇਸ ਦਾ ਜੋ ਟੈਂਪਰੇਚਰ ਹੈ ਉਹ ਕਾਫੀ ਘਟਿਆ ਹੋਏਗਾ। ਇਸ ਘਟੇ ਹੋਏ ਟੈਂਪਰੇਚਰ ਤੇ ਸਭ ਤੋਂ ਪਹਿਲਾਂ ਕਾਰਬਨ ਡਾਈਆਕਸਾਈਡ ਜੋ ਹੈ ਉਹ ਠੋਸ ਵਿੱਚ ਬਦਲ ਜਾਏਗੀ। ਬਾਕੀ ਜੋ ਘਟਕ ਹਨ ਹਵਾ ਦੇ ਉਹ ਤਾਂ ਦਰਵ ਅਵਸਥਾ ਵਿੱਚ ਰਹਿਣਗੇ ਅਤੇ ਜੋ ਕਾਰਬਨ ਡਾਈਆਕਸਾਈਡ ਹੈ ਉਹ ਖੁਸ਼ਕ ਹਵਾ ਦੇ ਰੂਪ ਵਿੱਚ ਠੋਸ ਬਣ ਜਾਏਗੀ ਅਤੇ ਉਸ ਨੂੰ ਇੱਥੋਂ ਬਾਹਰ ਕੱਢ ਲਿੱਤਾ ਜਾਵੇਗਾ। ਸੋ ਹੋਇਆ ਕਿ ਜੋ ਕਾਰਬਨ ਡਾਈਆਕਸਾਈਡ ਹੈ ਉਸ ਨੂੰ ਇਸ ਵਿੱਚੋਂ ਨਿਖੇੜ ਲਿੱਤਾ ਗਿਆ ਹੈ, ਹਵਾ ਵਿੱਚੋਂ ਨਿਖੇੜ ਲਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਬਾਕੀ ਜੋ ਬਚੀਆਂ ਹੋਈਆਂ ਗੈਸਾਂ ਦਾ ਘੋਲ ਦਰਵ ਦੇ ਰੂਪ ਵਿੱਚ ਇਸ ਵਿਸਤਾਰਿਤ ਜੈਟ ਇਸ ਵਿੱਚੋਂ ਬਾਹਰ ਨਿਕਲੇਗਾ ਅਤੇ ਇਸ ਚੈਂਬਰ ਵਿੱਚ ਇਸ ਦਾ ਜੋ ਤਾਪਮਾਨ ਹੈ ਉਹ ਹੌਲੀ-ਹੌਲੀ ਵਧਣਾ ਸ਼ੁਰੂ ਹੋਏਗਾ ਅਤੇ ਜਦੋਂ ਇਹ ਤਾਪਮਾਨ -196 ਡਿਗਰੀ ਸੈਲਸੀਅਸ ਤੇ ਪਹੁੰਚੇਗਾ ਤਾਂ ਇਸ ਵਿੱਚੋਂ ਲਿਕੁਇਡ ਨਾਈਟ੍ਰੋਜਨ ਜੋ ਹੈ ਉਹ ਬਾਹਰ ਨਿਕਲ ਜਾਵੇਗੀ, ਨਿਖੇੜ ਲਈ ਜਾਵੇਗੀ ਅਤੇ ਜਦੋਂ ਇਸ ਦਾ ਟੈਂਪਰੇਚਰ 186 ਡਿਗਰੀ ਸੈਲਸੀਅਸ ਤੇ ਪਹੁੰਚੇਗਾ ਤਾਂ ਲਿਕੁਇਡ ਆਰਗਨ ਵੀ ਇਸ ਤੋਂ ਅਲੱਗ ਕਰ ਲਿੱਤੀ ਜਾਏਗੀ ਅਤੇ ਉਸ ਤੋਂ ਬਾਅਦ -183 ਡਿਗਰੀ ਸੈਲਸੀਅਸ ਤੇ ਇਸ ਵਿੱਚ ਬਚੇਗਾ ਕਿ ਸਿਰਫ ਤੇ ਸਿਰਫ ਆਕਸੀਜਨ, ਪਿਓਰ ਆਕਸੀਜਨ, ਦਰਵਿਤ ਆਕਸੀਜਨ। ਸੋ ਬੱਚਿਓ ਇਸ ਕਿਰਿਆ ਰਾਹੀਂ ਹਵਾ ਦੇ ਅਲੱਗ-ਅਲੱਗ ਘਟਕ ਅਸੀਂ ਨਿਖੇੜ ਲਿੱਤੇ ਹਨ, ਸੈਪਰੇਟ ਕਰ ਲਿੱਤੇ ਹਨ।
जो कार्बन डाइऑक्साइड है वो इस हिस्से ਵਿੱਚ ठोस के रूप ਵਿੱਚ ਡਰਾਈ ਆਈਸ ਦੇ ਰੂਪ ਵਿੱਚ ਖੁਸ਼ਕ ਬਰਫ਼ ਦੇ ਰੂਪ ਵਿੱਚ ਵਾਹ ਕਰ ਲਿੱਤੀ ਗਈ ਹੈ ਅਤੇ ਇਸ ਚੈਂਬਰ ਵਿੱਚ ਹੋਇਆ ਕੀ ਹੈ ਨਾਈਟ੍ਰੋਜਨ ਲਿਕੁਇਡ ਨਾਈਟ੍ਰੋਜਨ ਵੱਖ ਹੋ ਗਈ ਹੈ ਅਤੇ ਲਿਕੁਇਡ ਆਰਗਨ ਉਹ ਵੀ ਵੱਖ ਹੋ ਗਈ ਹੈ ਅਤੇ ਬਾਕੀ ਬਚਿਆ ਕੀ ਹੈ ਲਿਕੁਇਡ द्रवित ਆਕਸੀਜਨ। ਸੋ ਇਹ ਤੁਸੀਂ ਬੜਾ ਹੀ ਇੰਟਰਸਟਿੰਗ ਤੇ ਬੜਾ ਹੀ ਇੰਪੋਰਟੈਂਟ ਇਹ ਐਕਸਪੈਰੀਮੈਂਟ ਹੈ, ਇਹ ਕਿਰਿਆ ਹੈ, ਇਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸਮਝਣਾ ਅਤੇ ਇਹ ਵੱਖ-ਵੱਖ ਟੈਂਪਰੇਚਰ ਜਿਨ੍ਹਾਂ ਤੇ ਇਹ ਗੈਸਿਸ द्रवित ਗੈਸਿਸ ਅਲੱਗ ਹੁੰਦੀਆਂ ਨੇ ਉਹ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਕਰ ਲੈਣਾ। ਆਓ ਬੱਚਿਓ ਅੱਗੇ ਦੇਖਦੇ ਹਾਂ। ਜੋ ਬੱਚਿਓ ਅਗਲੀ ਵਿਧੀ ਹੈ ਉਸ ਨੂੰ ਅਸੀਂ ਕ੍ਰਿਸਟਲੀਕਰਨ ਜਾਂ ਫਿਰ ਕ੍ਰਿਸਟਲਾਈਜੇਸ਼ਨ ਕਹਿੰਦੇ ਹਾਂ। ਕਿਸੇ ਅਸ਼ੁੱਧ ਨਮੂਨੇ ਵਿੱਚੋਂ ਸ਼ੁੱਧ ਕਾਪਰ ਸਲਫੇਟ ਨੂੰ ਪ੍ਰਾਪਤ ਕਰੀਏ ਕਿਵੇਂ ਕਰ ਸਕਦੇ ਹਾਂ, ਉਹ ਅਸੀਂ ਕ੍ਰਿਸਟਲਾਈਜੇਸ਼ਨ ਨਾਲ ਪ੍ਰਾਪਤ ਕਰਾਂਗੇ। ਇਹਨੂੰ ਅਸੀਂ ਕਿਵੇਂ ਸਮਝਾਂਗੇ? ਕਿਰਿਆ 2.9 ਦੇ ਮੁਤਾਬਿਕ ਇੱਕ ਚੀਨੀ ਮਿੱਟੀ ਦੀ ਪਿਆਲੀ ਵਿੱਚ ਲਗਭਗ 5 ਗ੍ਰਾਮ ਸ਼ੁੱਧ ਕਾਪਰ ਸਲਫੇਟ ਲਓ। ਪਾਣੀ ਦੀ ਘੱਟੋ ਘੱਟ ਮਾਤਰਾ ਵਿੱਚ ਇਸ ਨੂੰ ਘੋਲ ਦਿਓ। ਅਸ਼ੁੱਧੀਆਂ ਨੂੰ ਫਿਲਟਰ ਕਰ ਲਿਓ। ਸੰਤ੍ਰਿਪਤ ਘੋਲ ਪ੍ਰਾਪਤ ਕਰਨ ਲਈ ਪਾਣੀ ਨੂੰ ਕਾਪਰ ਸਲਫੇਟ ਦੇ ਘੋਲ ਵਿੱਚੋਂ ਵਾਸ਼ਪੀਕ੍ਰਿਤ ਕਰੋ। ਘੋਲ ਨੂੰ ਫਿਲਟਰ ਪੇਪਰ ਨਾਲ ਢੱਕ ਦਿਓ ਅਤੇ ਕਮਰੇ ਦੇ ਤਾਪਮਾਨ ਤੇ ਇਸ ਨੂੰ ਪੂਰਾ ਦਿਨ ਠੰਡਾ ਹੋਣ ਲਈ ਸ਼ਾਂਤ ਛੱਡ ਦਿਓ। ਤੁਸੀਂ ਕਾਪਰ ਸਲਫੇਟ ਦੇ ਕ੍ਰਿਸਟਲਾਂ ਨੂੰ ਚੀਨੀ ਮਿੱਟੀ ਦੀ ਪਿਆਲੀ ਵਿੱਚ ਪ੍ਰਾਪਤ ਕਰੋਗੇ। ਜੋ ਪਾਣੀ ਹੈ ਉਹ ਵਾਸ਼ਪੀਕ੍ਰਿਤ ਹੋ ਜਾਏਗਾ ਤੇ ਪਿੱਛੇ ਕੀ ਬਚੇਗਾ? ਜੋ ਅਸ਼ੁੱਧੀਆਂ ਹਨ ਉਹਨਾਂ ਨੂੰ ਤੁਸੀਂ ਪਹਿਲਾਂ ਹੀ ਕੱਢ ਦਿੱਤਾ ਹੈ ਫਿਲਟਰ ਕਰਕੇ, ਪਾਣੀ ਤੁਸੀਂ ਵਾਸ਼ਪੀਕ੍ਰਿਤ ਕਰਕੇ ਉਸ ਨੂੰ ਉਡਾ ਦਿੱਤਾ ਹੈ ਅਤੇ ਤੁਹਾਡੇ ਕੋਲ ਬਾਕੀ ਕੀ ਬਚੇਗਾ? ਸ਼ੁੱਧ ਕਾਪਰ ਸਲਫੇਟ ਉਹਦੇ ਕ੍ਰਿਸਟਲ। ਤੁਸੀਂ ਕਾਪਰ ਸਲਫੇਟ ਦੇ ਕ੍ਰਿਸਟਲਾਂ ਨੂੰ ਚੀਨੀ ਮਿੱਟੀ ਦੀ ਪਿਆਲੀ ਵਿੱਚ ਪ੍ਰਾਪਤ ਕਰੋਗੇ। ਇਸ ਕਿਰਿਆ ਨੂੰ ਕ੍ਰਿਸਟਲੀਕਰਨ ਜਾਂ ਫਿਰ ਕ੍ਰਿਸਟਲਾਈਜੇਸ਼ਨ ਕਿਹਾ ਜਾਂਦਾ ਹੈ। ਸੋ ਬੱਚਿਓ ਇਹ ਬੜੀ ਹੀ ਸਰਲ ਕਿਰਿਆ ਹੈ, ਬੜੀ ਹੀ ਸਿੰਪਲ ਕਿਰਿਆ ਹੈ। ਜਿਵੇਂ ਕਿ ਤੁਸੀਂ ਪਹਿਲਾਂ ਫ੍ਰੈਕਸ਼ਨਲ ਡਿਸਟਿਲੇਸ਼ਨ ਪੜ੍ਹੀ ਸੀ ਉਹ ਬੜੀ ਹੀ ਕੰਪਲੈਕਸ, ਬੜੀ ਹੀ ਪੇਚੀਦਾ ਕਿਰਿਆ ਸੀ, ਉਸ ਦੇ ਮੁਕਾਬਲੇ ਇਹ ਜੋ ਕਿਰਿਆ ਹੈ ਇਹ ਬੜੀ ਹੀ ਸਿੰਪਲ ਅਤੇ ਸਰਲ ਹੈ। ਸੋ ਬੱਚਿਓ ਅੱਗੇ ਦੇਖਦੇ ਕ੍ਰਿਸਟਲੀਕਰਨ ਵਿਧੀ ਦੀ ਵਰਤੋਂ ਠੋਸ ਪਦਾਰਥਾਂ ਨੂੰ ਸ਼ੁੱਧ ਕਰਨ ਲਈ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਸਮੁੰਦਰ ਦੇ ਪਾਣੀ ਤੋਂ ਜਿਹੜਾ ਨਮਕ ਅਸੀਂ ਪ੍ਰਾਪਤ ਕਰਦੇ ਹਾਂ ਉਹ ਉਸ ਵਿੱਚ ਕਈ ਅਸ਼ੁੱਧੀਆਂ ਹੋ ਸਕਦੀਆਂ ਹਨ। ਇਹਨਾਂ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਕ੍ਰਿਸਟਲੀਕਰਨ ਵਿਧੀ ਵਰਤੀ ਜਾਂਦੀ ਹੈ। ਕ੍ਰਿਸਟਲੀਕਰਨ ਉਹ ਵਿਧੀ ਹੈ ਜਿਸ ਦੀ ਵਰਤੋਂ ਨਾਲ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ ਵਿੱਚੋਂ ਵੱਖ ਕੀਤਾ ਜਾ ਸਕਦਾ ਹੈ। ਕ੍ਰਿਸਟਲੀਕਰਨ ਵਿਧੀ ਸਧਾਰਨ ਵਾਸ਼ਪੀਕਰਨ ਵਿਧੀ ਤੋਂ ਹੇਠ ਲਿਖੇ ਕਾਰਨਾਂ ਕਰਕੇ ਉੱਤਮ ਹੁੰਦੀ ਹੈ। ਕੁਝ ਠੋਸ ਅਪਘਟਿਤ ਹੋ ਜਾਂਦੇ ਹਨ ਜਾਂ ਕੁਝ ਚੀਨੀ ਵਾਂਗ ਗਰਮ ਕਰਨ ਤੇ ਝੁਲਸ ਜਾਂਦੇ ਹਨ। ਫਿਲਟਰ ਕਰਨ ਬਾਅਦ ਵੀ ਅਸ਼ੁੱਧ ਘੁਲਿਤ ਪਦਾਰਥ ਨੂੰ ਘੋਲਕ ਵਿੱਚ ਘੋਲਣ ਤੇ ਘੋਲ ਵਿੱਚ ਕੁਝ ਅਸ਼ੁੱਧੀਆਂ ਰਹਿ ਸਕਦੀਆਂ ਹਨ। ਵਾਸ਼ਪੀਕਰਨ ਤੋਂ ਬਾਅਦ ਇਹ ਅਸ਼ੁੱਧੀਆਂ ਠੋਸ ਨੂੰ ਦੂਸ਼ਿਤ ਕਰ ਸਕਦੀਆਂ ਹਨ। ਸੋ ਇਹ ਜੋ ਵਿਧੀ ਹੈ ਇਹਦੀ ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ? ਆਓ ਨੀਚੇ ਦੇਖਦੇ ਹਾਂ। ਵਰਤੋਂ ਸਮੁੰਦਰੀ ਪਾਣੀ ਤੋਂ ਪ੍ਰਾਪਤ ਨਮਕ ਨੂੰ ਸ਼ੁੱਧ ਕਰਨ ਲਈ, ਅਸ਼ੁੱਧ ਨਮੂਨੇ ਤੋਂ ਫਟਕੜੀ ਨੂੰ ਵੱਖ ਕਰਨ ਲਈ। ਇਸ ਤਰ੍ਹਾਂ ਮਿਸ਼ਰਣ ਦੇ ਸੁਭਾਅ ਅਨੁਸਾਰ ਉੱਪਰ ਦਿੱਤੀਆਂ ਵਿਧੀਆਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਅਸੀਂ ਸ਼ੁੱਧ ਪਦਾਰਥ ਪ੍ਰਾਪਤ ਕਰ ਸਕਦੇ ਹਾਂ। ਸੋ ਅਸੀਂ ਬਹੁਤ ਸਾਰੀਆਂ ਵਿਧੀਆਂ ਇਸ ਅਧਿਆਇ ਵਿੱਚ, ਇਸ ਚੈਪਟਰ ਵਿੱਚ ਪੜ੍ਹੀਆਂ ਹਨ। ਇਸ ਤਰ੍ਹਾਂ ਨਾਲ ਅਸੀਂ ਹੁਣ ਸਮਝ ਸਕਦੇ ਹਾਂ ਕਿ ਉਸਦੇ ਜੋ ਪਦਾਰਥ ਹਨ, ਜੋ ਮਿਸ਼ਰਣ ਹੈ, ਉਸਦੇ ਘਟਕਾਂ ਦੇ ਸੁਭਾਅ ਦੇ ਮੁਤਾਬਕ ਅਸੀਂ ਵੱਖ-ਵੱਖ ਵਿਧੀਆਂ ਦੀ ਵਰਤੋਂ ਕਰਕੇ ਇਹਨਾਂ ਤੋਂ ਸ਼ੁੱਧ ਪਦਾਰਥ ਪ੍ਰਾਪਤ ਕਰ ਸਕਦੇ ਹਾਂ। ਤਕਨੀਕੀ ਵਿਕਾਸ ਦੇ ਨਾਲ ਕਈ ਹੋਰ ਨਿਖੇੜਨ ਵਾਲੀਆਂ ਵਿਧੀਆਂ ਦੀ ਖੋਜ ਵੀ ਹੋ ਚੁੱਕੀ ਹੈ ਜੋ ਕਿ ਤੁਸੀਂ ਅੱਗੇ ਜਾ ਕੇ ਆਪਣੀਆਂ ਵੱਡੀਆਂ ਜਮਾਤਾਂ ਵਿੱਚ ਪੜ੍ਹੋਗੇ। ਸੋ ਇਹ ਜੋ ਚਿੱਤਰ ਹੈ ਬੱਚਿਓ, ਜੋ ਅਸੀਂ ਨਲਾਂ ਵਿੱਚ, ਸਾਡੇ ਘਰਾਂ ਵਿੱਚ ਪਾਣੀ ਆਉਂਦਾ ਹੈ ਉਸ ਦਾ ਸੁਧਾਰ ਕਿਵੇਂ ਹੁੰਦਾ ਹੈ, ਉਸ ਦਾ ਜੋ ਸ਼ੁੱਧੀਕਰਨ ਹੈ ਉਹ ਕਿਵੇਂ ਹੁੰਦਾ ਹੈ। ਸ਼ਹਿਰਾਂ ਵਿੱਚ ਜਲ ਘਰ ਤੋਂ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਬੱਚਿਓ, ਜੋ ਸ਼ਹਿਰਾਂ ਵਿੱਚ ਪਾਣੀ ਜੋ ਹੈ ਉਹ ਕੁਦਰਤੀ ਸਰੋਤਾਂ ਤੋਂ ਨਹੀਂ ਪਰੰਤੂ ਜਲ ਘਰਾਂ ਵਿੱਚੋਂ ਆਉਂਦਾ ਹੈ। ਜਲ ਘਰ ਦਾ ਇੱਕ ਰੇਖਾ ਚਿੱਤਰ 2.13 ਦੇ ਰੂਪ ਵਿੱਚ ਇਹ ਪੂਰਾ ਹੈ ਵਿੱਚ ਦਰਸਾਇਆ ਗਿਆ ਹੈ। ਜਲ ਘਰ ਤੋਂ ਆਪਣੇ ਘਰ ਵਿੱਚ ਪ੍ਰਾਪਤ ਹੋਣ ਵਾਲੇ ਪੀਣ ਵਾਲੇ ਪਾਣੀ ਦੇ ਵੱਖ-ਵੱਖ ਪੜਾਵਾਂ ਦੀ ਆਪਣੀ ਜਮਾਤ ਵਿੱਚ ਚਰਚਾ ਕਰੋ। ਤੁਸੀਂ ਇਹ ਜੋ ਡਾਇਗਰਾਮ ਹੈ ਪੂਰੀ ਇਹਦੀ ਚਰਚਾ ਆਪਣੀ ਜਮਾਤ ਵਿੱਚ ਆਪਣੇ ਸਹਿਪਾਠੀਆਂ ਨਾਲ, ਆਪਣੇ ਸਾਥੀ ਵਿਦਿਆਰਥੀਆਂ ਨਾਲ ਕਰਨੀ ਹੈ। ਸੋ ਪਾਣੀ ਦਾ ਭੰਡਾਰ, ਇਹ ਜਲ ਸਰੋਤ ਜੋ ਹੈ ਕੋਈ ਤਲਾਅ ਹੋ ਸਕਦਾ ਹੈ, ਕੋਈ ਨਦੀ ਹੋ ਸਕਦੀ ਹੈ ਜਾਂ ਫਿਰ ਕਈ ਥਾਵਾਂ ਤੇ ਸਮੁੰਦਰ ਵੀ ਹੋ ਸਕਦਾ ਹੈ। ਸੋ ਇਹ ਪਾਣੀ ਦਾ ਭੰਡਾਰ ਹੈ। ਇਸ ਨੂੰ ਪਹਿਲੇ ਚੈਂਬਰ ਵਿੱਚ ਠੋਸ ਪਦਾਰਥਾਂ ਨੂੰ ਥੱਲੇ ਬਿਠਾਉਣ ਲਈ ਇਹ ਤਲਛਟ ਟੈਂਕ ਹੈ। ਇਹ ਜੋ ਚੈਂਬਰ ਹੈ ਇਸ ਦਾ ਨਾਮ ਕੀ ਹੈ? ਤਲਛਟ ਟੈਂਕ। ਇਹਦੇ ਵਿੱਚ ਕੀ ਹੋਏਗਾ? ਜੋ ਭਾਰੀ ਅਸ਼ੁੱਧੀਆਂ ਹਨ ਉਹ ਨੀਚੇ ਤਲ ਤੇ ਬੈਠ ਜਾਣਗੀਆਂ ਅਤੇ ਪਾਣੀ ਜੋ ਹੈ ਉਹ ਅਗਲੇ ਚੈਂਬਰ ਵਿੱਚ ਲਿਜਾਇਆ ਜਾਏਗਾ। ਇਸ ਚੈਂਬਰ ਵਿੱਚ ਇਸ ਪਾਣੀ ਨੂੰ ਥੋੜੀ ਦੇਰ ਲਈ ਰੱਖਿਆ ਜਾਏਗਾ। ਸਾਨੂੰ ਪਤਾ ਹੈ ਬੱਚਿਓ, ਜੋ ਨਿਲੰਬਿਤ ਮਿਸ਼ਰਣ ਹੈ ਉਹ ਕੀ ਹੁੰਦਾ ਹੈ? ਉਹ ਅਸਥਾਈ ਹੁੰਦਾ ਹੈ। ਇਸ ਨੂੰ ਪਾਣੀ ਨੂੰ ਥੋੜੀ ਦੇਰ ਰੱਖਣ ਨਾਲ ਕੀ ਹੋਏਗਾ? ਜੋ ਇਹ ਨਿਲੰਬਿਤ ਕਣ ਹੋਣਗੇ ਉਹ ਨੀਚੇ ਬੈਠ ਜਾਣਗੇ ਅਤੇ ਇਹਦੇ ਵਿੱਚੋਂ ਉੱਪਰੋਂ ਪਾਣੀ ਨੂੰ ਨਿਤਾਰ ਕੇ ਅੱਗੇ ਪਹੁੰਚਾ ਦਿੱਤਾ ਜਾਏਗਾ।
ਅਤੇ ਇਸ ਤੋਂ ਬਾਅਦ ਪਾਣੀ ਇਸ ਚੈਂਬਰ ਵਿੱਚ ਪਹੁੰਚੇਗਾ, ਜੋ ਕਿ ਇੱਕ ਤਰ੍ਹਾਂ ਦਾ ਫਿਲਟਰ ਹੈ। ਉਹਦੇ ਵਿੱਚ ਬਰੀਕ ਰੇਤ, ਪੱਥਰ ਅਤੇ ਮੋਟੇ ਪੱਥਰ ਦੀਆਂ ਅਲੱਗ-ਅਲੱਗ ਪਰਤਾਂ ਹਨ, ਲੇਅਰਸ ਹਨ। ਪਾਣੀ ਇਹਨਾਂ ਵਿੱਚੋਂ ਦੀ ਰਿਸ ਕੇ ਹੌਲੀ-ਹੌਲੀ ਤੁਪਕਾ ਇਸ ਪਾਈਪ ਦੇ ਰਾਹੀਂ ਇਸ ਚੈਂਬਰ ਵਿੱਚ ਜਾਏਗਾ। ਯਾਨੀ ਕਿ ਇਹ ਇੱਕ ਤਰ੍ਹਾਂ ਦਾ ਕੁਦਰਤੀ ਫਿਲਟਰ, ਕੁਦਰਤੀ ਚੀਜ਼ਾਂ ਨਾਲ ਇੱਕ ਫਿਲਟਰ ਬਣਾਇਆ ਗਿਆ ਹੈ, ਜਿਸ ਵਿੱਚੋਂ ਪਾਣੀ ਰਿਸ ਕੇ ਸਾਫ਼ ਹੋ ਕੇ ਅੱਗੇ ਨਿਕਲੇਗਾ। ਅਤੇ ਇਸ ਚੈਂਬਰ ਵਿੱਚ ਕੀ ਹੋਏਗਾ, ਇਸ ਵਿੱਚ ਕਲੋਰੀਨ ਮਿਕਸ ਕੀਤੀ ਜਾਏਗੀ, ਇਸ ਦਾ ਕਲੋਰੀਕਰਨ ਕੀਤਾ ਜਾਏਗਾ, ਕਲੋਰੀਫਿਕੇਸ਼ਨ ਕੀਤੀ ਜਾਏਗੀ ਇਸ ਦੀ। ਉਸ ਨਾਲ ਕੀ ਹੋਏਗਾ ਬੱਚਿਓ, ਜੋ ਇਸ ਵਿੱਚ ਬੈਕਟੀਰੀਆ ਹਨ, ਜੋ ਜੀਵਤ ਜੀਵਾਣੂ ਹਨ, ਉਹ ਮਾਰ ਦਿੱਤੇ ਜਾਣਗੇ ਅਤੇ ਪਾਣੀ ਬਿਲਕੁਲ ਸ਼ੁੱਧ ਹੋ ਕੇ ਨਲਾਂ ਰਾਹੀਂ ਸਾਡੇ ਘਰਾਂ ਨੂੰ ਮਿਲੇਗਾ, ਅਸੀਂ ਇਸ ਨੂੰ ਪ੍ਰਾਪਤ ਕਰ ਪਾਵਾਂਗੇ। ਸੋ ਤੁਸੀਂ ਇਹ ਡਾਇਗਰਾਮ ਦੇਖਣ ਤੋਂ ਬਾਅਦ, ਇਸ ਨੂੰ ਡਿਸਕਸ ਕਰਨ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਪਾਣੀ ਸਾਡੇ ਘਰਾਂ ਦੀ ਨਲਾਂ ਤੱਕ ਪਹੁੰਚਣ ਤੋਂ ਪਹਿਲਾਂ ਕਿਹੜੀ ਕਿਰਿਆਵਾਂ ਤੋਂ ਹੋ ਕੇ ਗੁਜ਼ਰਦਾ ਹੈ ਅਤੇ ਇਸ ਦਾ ਸ਼ੁੱਧੀਕਰਨ ਜੋ ਹੈ ਉਹ ਕਿਵੇਂ ਕੀਤਾ ਜਾਂਦਾ ਹੈ। ਆਓ ਬੱਚਿਓ ਅੱਗੇ ਦੇਖਦੇ ਹਾਂ। ਲੈਸਨ ਦਾ ਅਗਲਾ ਭਾਗ, ਭੌਤਿਕ ਅਤੇ ਰਸਾਇਣਿਕ ਪਰਿਵਰਤਨ। ਪਿਛਲੇ ਅਧਿਆਇ ਵਿੱਚ ਅਸੀਂ ਪਦਾਰਥ ਦੇ ਭੌਤਿਕ ਗੁਣਾਂ ਦੇ ਬਾਰੇ ਅਧਿਐਨ ਕੀਤਾ ਸੀ। ਅਜਿਹੇ ਗੁਣ ਜਿਨ੍ਹਾਂ ਵਿੱਚ ਅਸੀਂ ਪ੍ਰੇਖਣ ਅਤੇ ਵਰਣਨ ਕਰ ਸਕਦੇ ਹਾਂ, ਜਿਵੇਂ ਕਿ ਰੰਗ, ਨਿਗਰਤਾ, ਬਹਾ, ਘਣਤਾ, ਪਿਘਲਣ ਦਰਜਾ ਅਤੇ ਉਬਾਲ ਦਰਜਾ ਆਦਿ ਨੂੰ ਭੌਤਿਕ ਗੁਣ ਕਿਹਾ ਜਾਂਦਾ ਹੈ। ਸੋ ਇਹ ਜੋ ਸਾਰੇ ਜੋ ਗੁਣ ਹਨ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਭੌਤਿਕ ਗੁਣ, ਜਾਂ ਫਿਰ ਅੰਗਰੇਜ਼ੀ ਵਿੱਚ ਫਿਜ਼ੀਕਲ ਪ੍ਰੋਪਰਟੀਜ਼। ਅਵਸਥਾਵਾਂ ਦਾ ਅੰਤਰ ਰੂਪਾਂਤਰਨ ਇੱਕ ਭੌਤਿਕ ਪਰਿਵਰਤਨ ਹੈ, ਕਿਉਂਕਿ ਇਹ ਪਰਿਵਰਤਨ ਪਦਾਰਥਾਂ ਦੀ ਬਣਤਰ ਵਿੱਚ ਬਿਨਾਂ ਪਰਿਵਰਤਨ ਕੀਤੇ ਹੁੰਦਾ ਹੈ ਅਤੇ ਉਹਨਾਂ ਦੇ ਰਸਾਇਣਿਕ ਗੁਣਾਂ ਵਿੱਚ ਵੀ ਕੋਈ ਪਰਿਵਰਤਨ ਨਹੀਂ ਹੁੰਦਾ, ਭਾਵੇਂ ਬਰਫ਼ ਪਾਣੀ ਹੋਵੇ ਅਤੇ ਜਾਂ ਫਿਰ ਹੋਵੇ ਜਲ ਵਾਸ਼ਪ। ਇਹ ਦੇਖਣ ਨੂੰ ਵੱਖ-ਵੱਖ ਹਨ, ਇਹਨਾਂ ਦੀ ਦਿੱਖ ਜੋ ਵੱਖ-ਵੱਖ ਹੈ, ਫਿਜ਼ੀਕਲੀ ਇਹਨਾਂ ਨੂੰ ਅਸੀਂ ਅਲੱਗ-ਅਲੱਗ ਦੇਖਦੇ ਹਾਂ ਅਤੇ ਇਹ ਵੱਖ-ਵੱਖ ਭੌਤਿਕ ਗੁਣ ਦਰਸਾਉਂਦੇ ਹਨ, ਪਰ ਇਹ ਰਸਾਇਣਿਕ ਰੂਪ ਵਿੱਚ ਇੱਕ ਸਮਾਨ ਹਨ। ਇਹ ਪਾਣੀ ਦੇ ਹੀ ਵੱਖ-ਵੱਖ ਰੂਪ ਹਨ। ਇਹ ਭੌਤਿਕ ਤੌਰ ਤੇ ਤਾਂ ਅਲੱਗ-ਅਲੱਗ ਹਨ, ਫਿਜ਼ੀਕਲੀ ਦੇਖਣ ਵਿੱਚ, ਟੱਚ ਕਰਨ ਵਿੱਚ ਸਾਨੂੰ ਬਿਲਕੁਲ ਅਲੱਗ-ਅਲੱਗ ਦਿਖਣਗੇ, ਪਰੰਤੂ ਇਹ ਰਸਾਇਣਿਕ ਤੌਰ ਤੇ ਕੀ ਹੈ, ਪਾਣੀ ਹੀ ਹੈ। ਸੋ ਇਹ ਜੋ ਡਿਫਰੈਂਸ ਹੈ ਫਿਜ਼ੀਕਲ ਪ੍ਰੋਪਰਟੀਜ਼ ਦਾ ਅਤੇ ਰਸਾਇਣਿਕ ਪ੍ਰੋਪਰਟੀਜ਼ ਦਾ, ਕੈਮੀਕਲ ਪ੍ਰੋਪਰਟੀਜ਼ ਦਾ, ਤੁਹਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ। ਪਾਣੀ ਅਤੇ ਭੋਜਨ ਪਕਾਉਣ ਵਾਲੇ ਤੇਲ ਦੋਵੇਂ ਦ੍ਰਵ ਹਨ, ਪਰ ਇਹਨਾਂ ਦੇ ਰਸਾਇਣਿਕ ਗੁਣ ਵੱਖ-ਵੱਖ ਹਨ। ਇਹਨਾਂ ਦੀ ਗੰਧ ਅਤੇ ਜਲਨਸ਼ੀਲਤਾ ਵਿੱਚ ਅੰਤਰ ਹੈ। ਅਸੀਂ ਜਾਣਦੇ ਹਾਂ ਕਿ ਤੇਲ ਹਵਾ ਵਿੱਚ ਜਲਦਾ ਹੈ, ਜਦੋਂ ਕਿ ਪਾਣੀ ਅੱਗ ਨੂੰ ਬੁਝਾਉਂਦਾ ਹੈ। ਤੇਲ ਦਾ ਇਹ ਰਸਾਇਣਿਕ ਗੁਣ ਪਾਣੀ ਨਾਲੋਂ ਇਸ ਨੂੰ ਵੱਖ ਕਰਦਾ ਹੈ। ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ। ਜਲਣ ਦੀ ਪ੍ਰਕਿਰਿਆ ਇੱਕ ਪਦਾਰਥ ਦੂਜੇ ਨਾਲ ਕਿਰਿਆ ਕਰਕੇ ਆਪਣੀ ਰਸਾਇਣਿਕ ਬਣਤਰ ਵਿੱਚ ਪਰਿਵਰਤਨ ਲਿਆਉਂਦਾ ਹੈ। ਜੋ ਕੰਬਸਸ਼ਨ ਹੈ, ਜੋ ਜਲਣ ਪ੍ਰਕਿਰਿਆ ਹੈ, ਉਹ ਕੀ ਹੈ, ਇੱਕ ਕੈਮੀਕਲ ਰਿਐਕਸ਼ਨ ਹੈ, ਇੱਕ ਰਸਾਇਣਿਕ ਕਿਰਿਆ ਹੈ। ਰਸਾਇਣਿਕ ਪਰਿਵਰਤਨ ਪਦਾਰਥ ਦੇ ਰਸਾਇਣਿਕ ਗੁਣਾਂ ਵਿੱਚ ਪਰਿਵਰਤਨ ਲਿਆਉਂਦਾ ਹੈ ਅਤੇ ਅਸੀਂ ਨਵਾਂ ਪਦਾਰਥ ਪ੍ਰਾਪਤ ਕਰਦੇ ਹਾਂ। ਜੋ ਕੰਬਸਸ਼ਨ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਜਿਵੇਂ ਕਿ ਜਦੋਂ ਲੱਕੜੀ ਜਲਦੀ ਹੈ ਤਾਂ ਉਹ ਲੱਕੜੀ ਦਾ ਨਵਾਂ ਰੂਪ ਉਸ ਨਾਲ ਨਹੀਂ ਬਣਦਾ, ਉਹ ਇੱਕ ਬਿਲਕੁਲ ਹੀ ਨਵੀਂ ਚੀਜ਼ ਯਾਨੀ ਕਿ ਰਾਖ, ਸਵਾਹ ਬਣ ਜਾਂਦੀ ਹੈ। ਸੋ ਇਸ ਨਾਲ ਕੀ ਹੁੰਦਾ ਹੈ, ਜੋ ਰਸਾਇਣਿਕ ਕਿਰਿਆ ਹੈ ਉਸ ਨਾਲ ਸਾਨੂੰ ਪ੍ਰਾਪਤ ਕੀ ਹੁੰਦਾ ਹੈ, ਇੱਕ ਬਿਲਕੁਲ ਹੀ ਨਵਾਂ ਪਦਾਰਥ, ਜੋ ਕਿ ਦੁਬਾਰਾ ਪੁਰਾਣੇ ਪਦਾਰਥ ਵਿੱਚ ਪਰਿਵਰਤਿਤ ਨਹੀਂ ਕੀਤਾ ਜਾ ਸਕਦਾ। ਜੋ ਰਾਖ ਹੈ, ਜੋ ਸਵਾਹ ਹੈ, ਜਿਵੇਂ ਕਿ ਪਾਣੀ ਤੋਂ ਅਸੀਂ ਵਾਸ਼ਪ ਬਣਾ ਸਕਦੇ ਹਾਂ ਤੇ ਵਾਸ਼ਪਾਂ ਤੋਂ ਵਾਪਸ ਪਾਣੀ, ਬਰਫ਼ ਤੋਂ ਅਸੀਂ ਪਾਣੀ ਬਣਾ ਸਕਦੇ ਹਾਂ ਅਤੇ ਪਾਣੀ ਤੋਂ ਦੁਬਾਰਾ ਬਰਫ਼। ਪਰੰਤੂ ਜਦੋਂ ਰਸਾਇਣਿਕ ਕਿਰਿਆ ਕਰਕੇ ਕੰਬਸਸ਼ਨ, ਜਲਣ ਨਾਲ ਇੱਕ ਵਾਰ ਜੋ ਲੱਕੜ ਹੈ ਉਹ ਸਵਾਹ ਵਿੱਚ ਪਰਿਵਰਤਿਤ ਹੋ ਜਾਂਦੀ ਹੈ, ਉਸ ਨੂੰ ਦੁਬਾਰਾ ਲੱਕੜ ਨਹੀਂ ਬਣਾਇਆ ਜਾ ਸਕਦਾ। ਇਹ ਵੀ ਇੱਕ ਗੁਣ ਹੈ ਜੋ ਕਿ ਰਸਾਇਣਿਕ ਕਿਰਿਆਵਾਂ ਨੂੰ, ਰਸਾਇਣਿਕ ਪ੍ਰੋਪਰਟੀਜ਼ ਨੂੰ, ਕੈਮੀਕਲ ਪ੍ਰੋਪਰਟੀਜ਼ ਨੂੰ, ਜੋ ਫਿਜ਼ੀਕਲ ਪ੍ਰੋਪਰਟੀਜ਼ ਹਨ, ਜੋ ਭੌਤਿਕ ਗੁਣ ਹਨ, ਉਹਨਾਂ ਤੋਂ ਅਲੱਗ ਕਰਦਾ ਹੈ। ਰਸਾਇਣਿਕ ਪਰਿਵਰਤਨ ਨੂੰ ਰਸਾਇਣਿਕ ਪ੍ਰਤੀਕਿਰਿਆ ਵੀ ਕਿਹਾ ਜਾਂਦਾ ਹੈ। ਸੋ ਇੱਕ ਦੂਜਾ ਨਾਮ ਹੈ ਰਸਾਇਣਿਕ ਪਰਿਵਰਤਨ ਨੂੰ ਰਸਾਇਣਿਕ ਪ੍ਰਤੀਕਿਰਿਆ ਵੀ ਕਿਹਾ ਜਾਂਦਾ ਹੈ। ਮੋਮਬੱਤੀ ਦੀ ਜਲਣ ਦੀ ਪ੍ਰਕਿਰਿਆ ਵਿੱਚ ਭੌਤਿਕ ਅਤੇ ਰਸਾਇਣ ਦੋਵੇਂ ਪਰਿਵਰਤਨ ਆਉਂਦੇ ਹਨ। ਕੀ ਤੁਸੀਂ ਇਹਨਾਂ ਨੂੰ ਪਹਿਚਾਣ ਸਕਦੇ ਹੋ? ਬਿਲਕੁਲ ਪਹਿਚਾਣ ਸਕਦੇ ਹਾਂ। ਹੁਣੇ ਲੈਸਨ ਪੜ੍ਹਨ ਤੋਂ ਬਾਅਦ ਸਾਨੂੰ ਇੰਨਾ ਤਾਂ ਪਤਾ ਲੱਗ ਹੀ ਗਿਆ ਹੈ ਕਿ ਭੌਤਿਕ ਜੋ ਚੇਂਜਿਸ ਹਨ, ਜੋ ਫਿਜ਼ੀਕਲ ਚੇਂਜਿਸ ਹਨ, ਜੋ ਭੌਤਿਕ ਪਰਿਵਰਤਨ ਹਨ ਉਹ ਕੀ ਹਨ ਅਤੇ ਜੋ ਰਸਾਇਣਿਕ ਪਰਿਵਰਤਨ ਹਨ ਉਹ ਕੀ ਹਨ। ਜਦੋਂ ਮੋਮਬੱਤੀ ਜਲਦੀ ਹੈ ਬੱਚਿਓ, ਤਾਂ ਉਸਦਾ ਮੋਮ ਜੋ ਕਿ ਮੋਮਬੱਤੀ ਵਿੱਚ ਠੋਸ ਦੇ ਰੂਪ ਵਿੱਚ ਹੁੰਦਾ ਹੈ, ਉਹ ਪਿਘਲਦਾ ਹੈ ਅਤੇ ਜਦੋਂ ਉਹੀ ਮੋਮ ਨੀਚੇ ਜਾ ਕੇ ਤੁਸੀਂ ਜਦੋਂ ਦੇਖੋਗੇ ਮੇਜ਼ ਦੇ ਉੱਪਰ ਜਾ ਕੇ ਠੰਡਾ ਹੋ ਜਾਂਦਾ ਹੈ, ਉਹ ਦੁਬਾਰਾ ਠੋਸ ਰੂਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਇਹ ਕੀ ਹੈ? ਭੌਤਿਕ ਪਰਿਵਰਤਨ। ਅਤੇ ਇਸ ਦੇ ਨਾਲ ਹੀ ਇਸ ਕਿਰਿਆ ਦੌਰਾਨ ਇੱਕ ਕੈਮੀਕਲ ਚੇਂਜ ਵੀ ਹੋ ਰਹੀ ਹੈ, ਇੱਕ ਰਸਾਇਣਿਕ ਪਰਿਵਰਤਨ ਵੀ ਹੋ ਰਿਹਾ ਹੈ, ਜਿਸ ਨੂੰ ਕੀ ਅਸੀਂ ਕਹਾਂਗੇ, ਜੋ ਅਸੀਂ ਉੱਪਰ ਪੜ੍ਹਿਆ ਹੈ, ਜਲਣ ਪ੍ਰਕਿਰਿਆ। ਮੋਮ ਹੈ ਉਹ ਇੱਕ ਪੈਟਰੋਲੀਅਮ ਪ੍ਰੋਡਕਟ ਹੈ, ਉਹ ਪੈਟਰੋਲੀਅਮ ਦਾ ਇੱਕ ਘਟਕ ਹੈ, ਉਸ ਵਿੱਚ ਕਾਰਬਨ ਹੁੰਦਾ ਹੈ ਅਤੇ ਉਹ ਵਾਤਾਵਰਣ ਵਿੱਚੋਂ ਆਕਸੀਜਨ ਲੈ ਕੇ ਇੱਕ ਕਾਰਬਨ ਡਾਈਆਕਸਾਈਡ ਗੈਸ ਬਣਾ ਰਿਹਾ ਹੈ
ਅਤੇ ਕੁਝ ਕਾਰਬਨ ਵੀ ਬਣਾ ਰਿਹਾ ਹੈ, ਜੋ ਕਿ ਸਾਨੂੰ ਮੋਮਬੱਤੀ ਦੀ ਲਾਟ ਦੇ ਉੱਪਰ ਰਾਖ ਦੇ ਰੂਪ ਵਿੱਚ, ਕਾਲਖ ਦੇ ਰੂਪ ਵਿੱਚ ਜਮ੍ਹਾਂ ਹੋਈ ਮਿਲਦੀ ਹੈ। ਇਹ ਜੋ ਪਰਿਵਰਤਨ ਹੈ ਬੱਚਿਓ, ਇਹ ਕਿਸ ਤਰ੍ਹਾਂ ਦਾ ਪਰਿਵਰਤਨ ਹੈ? ਇਹ ਇੱਕ ਰਸਾਇਣਿਕ ਪਰਿਵਰਤਨ ਹੈ। ਸੋ ਬੱਚਿਓ, ਹੁਣ ਮੈਨੂੰ ਆਸ ਹੈ ਕਿ ਤੁਸੀਂ ਇਹ ਸਾਰਾ ਪੜ੍ਹਨ ਤੋਂ ਬਾਅਦ ਸਮਝ ਗਏ ਹੋਗੇ ਕਿ ਮੋਮਬੱਤੀ ਜਲਣ ਸਮੇਂ ਕਿਹੜਾ ਭੌਤਿਕ ਅਤੇ ਕਿਹੜਾ ਰਸਾਇਣਿਕ ਪਰਿਵਰਤਨ ਸਾਡੇ ਸਾਹਮਣੇ ਹੋ ਰਿਹਾ ਹੁੰਦਾ ਹੈ। ਸੋ ਬੱਚਿਓ, ਕੀ ਦੇਖਦੇ, ਸ਼ੁੱਧ ਪਦਾਰਥਾਂ ਦੀਆਂ ਕਿਹੜੀਆਂ ਕਿਸਮਾਂ ਹਨ? ਪਦਾਰਥਾਂ ਨੂੰ ਉਹਨਾਂ ਦੀ ਰਸਾਇਣਿਕ ਬਣਤਰ ਦੇ ਆਧਾਰ ਤੇ ਤੱਤਾਂ ਅਤੇ ਯੌਗਿਕਾਂ ਐਲੀਮੈਂਟਸ ਐਂਡ ਕੰਪਾਊਂਡਸ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਦੁਬਾਰਾ ਪੜ੍ਹਦੇ ਹਾਂ ਬੱਚਿਓ, ਪਦਾਰਥਾਂ ਨੂੰ ਉਹਨਾਂ ਦੀ ਰਸਾਇਣਿਕ ਬਣਤਰ ਦੇ ਆਧਾਰ ਤੇ ਤੱਤਾਂ ਅਤੇ ਯੌਗਿਕਾਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਤੱਤ ਕੀ ਹਨ? ਵਾਟ ਆਰ ਐਲੀਮੈਂਟਸ? ਐਲੀਮੈਂਟਸ ਕੀ ਹਨ? ਰਾਬਰਟ ਬੋਇਲ ਪਹਿਲੇ ਵਿਗਿਆਨਿਕ ਸਨ ਜਿਨ੍ਹਾਂ ਨੇ ਸਨ 1661 ਵਿੱਚ ਸਭ ਤੋਂ ਪਹਿਲਾਂ ਤੱਤ ਸ਼ਬਦ ਦੀ ਵਰਤੋਂ ਕੀਤੀ। ਫਰਾਂਸ ਦੇ ਰਸਾਇਣ ਵਿਗਿਆਨੀ ਐਂਟਨੀ ਲਾਰੈਂਟ ਲਵਾਈਜ਼ੀਏ ਸਨ, ਜਿਨ੍ਹਾਂ ਦਾ ਜਨਮ ਸਨ 1743 ਅਤੇ ਮੌਤ ਸਨ 1794 ਵਿੱਚ ਹੋਈ, ਨੇ ਸਭ ਤੋਂ ਪਹਿਲਾਂ ਤੱਤ ਦੀ ਪਰਿਭਾਸ਼ਾ ਨੂੰ ਪ੍ਰਯੋਗ ਰਾਹੀਂ ਪ੍ਰਤੀਪਾਦਿਤ ਕੀਤਾ, ਪ੍ਰੂਵ ਕੀਤਾ। ਉਸਦੇ ਅਨੁਸਾਰ ਤੱਤ ਪਦਾਰਥ ਦਾ ਉਹ ਮੂਲ ਰੂਪ ਹੈ ਜਿਸ ਨੂੰ ਰਸਾਇਣਿਕ ਪ੍ਰਤੀਕਿਰਿਆ ਦੇ ਨਾਲ ਹੋਰ ਪਦਾਰਥਾਂ ਵਿੱਚ ਵੰਡਿਆ ਨਹੀਂ ਜਾ ਸਕਦਾ। ਐਲੀਮੈਂਟ ਕੀ ਹੈ? ਜਿਸ ਨੂੰ ਵੀ ਕਿਸੇ ਵੀ ਕਿਰਿਆ ਰਾਹੀਂ, ਰਸਾਇਣਿਕ ਪ੍ਰਤੀਕਿਰਿਆ ਰਾਹੀਂ ਕੀ ਕੀਤਾ ਨਹੀਂ ਜਾ ਸਕਦਾ, ਉਸ ਨੂੰ ਹੋਰ ਪਦਾਰਥਾਂ ਵਿੱਚ ਵੰਡਿਆ ਨਹੀਂ ਜਾ ਸਕਦਾ। ਤੱਤਾਂ ਨੂੰ ਆਮ ਤੌਰ ਤੇ ਧਾਤ, ਅਧਾਤ ਅਤੇ ਉਪਧਾਤ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਧਾਤਾਂ ਅਕਸਰ ਹੇਠ ਦਿੱਤੇ ਗੁਣਾਂ ਵਿੱਚੋਂ ਸਭ ਨੂੰ ਜਾਂ ਕੁਝ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਇਹਨਾਂ ਦੇ ਕਿਹੜੇ-ਕਿਹੜੇ ਗੁਣ ਹਨ ਧਾਤਾਂ ਦੇ? ਇਹ ਚਮਕੀਲੀਆਂ ਹੁੰਦੀਆਂ ਹਨ, ਦੇ ਆਰ ਲਸਟਰਸ। ਇਹ ਚਾਂਦੀ ਵਰਗੀਆਂ ਸਫੇਦ ਜਾਂ ਸੋਨੇ ਵਰਗੀਆਂ ਪੀਲੀਆਂ ਹੁੰਦੀਆਂ ਹਨ। ਇਹ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ। ਇਹ ਖਿੱਚਣਯੋਗ ਡਕਟਾਈਲ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਧਾਤਾਂ ਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ। ਇਹ ਖਿੱਚਣਯੋਗ ਹੁੰਦੀਆਂ ਹਨ ਅਤੇ ਇਹਨਾਂ ਨੂੰ ਤਾਰ ਰੂਪ ਵਿੱਚ ਖਿੱਚਿਆ ਜਾ ਸਕਦਾ ਹੈ। ਇਹ ਕੁਟੀਨਯੋਗ, ਭਾਵ ਕਿ ਇੰਗਲਿਸ਼ ਵਿੱਚ ਕੀ ਕਹਾਂਗੇ, ਮੈਲੇਬਲ ਹੁੰਦੀਆਂ ਹਨ। ਇਹਨਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਢਾਲਿਆ ਜਾ ਸਕਦਾ ਹੈ। ਇਹ ਆਵਾਜ਼ ਪੈਦਾ ਕਰਦੀਆਂ ਹਨ। ਦੇ ਆਰ ਸੋਨੋਰਸ। ਸੋ ਇਹ ਜੋ ਗੁਣ ਹਨ ਕਿਹਨਾਂ ਦੇ ਹਨ? ਇਹ ਮੈਟਲਸ ਦੇ, ਧਾਤਾਂ ਦੇ ਗੁਣ ਹਨ। ਸੋਨਾ, ਚਾਂਦੀ, ਤਾਂਬਾ, ਲੋਹਾ, ਸੋਡੀਅਮ, ਪੋਟਾਸ਼ੀਅਮ ਆਦਿ ਧਾਤਾਂ ਦੀਆਂ ਉਦਾਹਰਨਾਂ ਹਨ। ਪਾਰਾ ਧਾਤ ਹੁੰਦੇ ਹੋਏ ਵੀ ਕਮਰੇ ਦੇ ਤਾਪਮਾਨ ਤੇ ਦ੍ਰਵ ਹੁੰਦਾ ਹੈ। ਜ਼ਿਆਦਾਤਰ ਜੋ ਧਾਤਾਂ ਹਨ ਬੱਚਿਓ, ਉਹ ਰੂਮ ਟੈਂਪਰੇਚਰ ਤੇ, ਕਮਰੇ ਦੇ ਤਾਪਮਾਨ ਤੇ ਠੋਸ ਹੁੰਦੀਆਂ ਹਨ, ਪਰੰਤੂ ਪਾਰਾ ਇੱਕ ਐਸੀ ਧਾਤ ਹੈ ਜੋ ਕਿ ਲਿਕੁਇਡ ਫਾਰਮ, ਜੋ ਕਿ ਦ੍ਰਵ ਅਵਸਥਾ ਵਿੱਚ ਹੁੰਦੀ ਹੈ। ਧਾਤਾਂ ਆਮ ਤੌਰ ਤੇ ਹੇਠਾਂ ਦਿੱਤੇ ਗੁਣਾਂ ਵਿੱਚੋਂ ਸਭ ਜਾਂ ਫਿਰ ਕੁਝ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਜਿਵੇਂ ਕਿ ਪਿਛਲੇ ਪੇਜ ਤੇ ਅਸੀਂ ਧਾਤਾਂ ਦੇ ਗੁਣ ਪੜ੍ਹੇ ਹਨ, ਇੱਥੇ ਅਸੀਂ ਕੀ ਪੜ੍ਹਨ ਜਾ ਰਹੇ ਹਾਂ? ਧਾਤਾਂ ਦੇ ਗੁਣ। ਇਹ ਵੱਖ-ਵੱਖ ਰੰਗਾਂ ਦੀਆਂ ਹੁੰਦੀਆਂ ਹਨ। ਇਹ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। ਧਾਤਾਂ ਜੋ ਹੁੰਦੀਆਂ ਹਨ ਉਹ ਸੁਚਾਲਕ ਹੁੰਦੀਆਂ ਹਨ। ਧਾਤਾਂ ਕੀ ਹੁੰਦੀਆਂ ਹਨ? ਕੁਚਾਲਕ ਹੁੰਦੀਆਂ ਹਨ। ਇਹ ਚਮਕੀਲੀਆਂ, ਖਿੱਚਣਯੋਗ, ਪ੍ਰਤਿਧੁਨੀਪੂਰਨ ਅਤੇ ਕੁਟੀਨਯੋਗ ਨਹੀਂ ਹੁੰਦੀਆਂ। ਜਿੰਨੇ ਵੀ ਗੁਣ ਧਾਤਾਂ ਵਿੱਚ ਸਨ ਉਹ ਇਹਨਾਂ ਵਿੱਚ ਨਹੀਂ ਹੁੰਦੇ। ਜਿਹੜੇ ਕੀ ਸਨ? ਧਾਤਾਂ ਕੀ ਸਨ? ਚਮਕੀਲੀਆਂ। ਇਹ ਚਮਕੀਲੀਆਂ ਨਹੀਂ ਹੁੰਦੀਆਂ। ਧਾਤਾਂ ਖਿੱਚਣਯੋਗ, ਕੁਟੀਨਯੋਗ ਅਤੇ ਧੁਨੀ ਪੈਦਾ ਕਰਦੀਆਂ ਸਨ। ਇਹ ਤਿੰਨੇ ਗੁਣ ਵੀ ਧਾਤਾਂ ਵਿੱਚ ਨਹੀਂ ਹੁੰਦੇ। ਹਾਈਡਰੋਜਨ, ਆਕਸੀਜਨ, ਕਾਰਬਨ, ਬ੍ਰੋਮੀਨ, ਕਲੋਰੀਨ ਆਦਿ ਕੀ ਹਨ? ਇਹ ਧਾਤਾਂ ਦੀਆਂ ਉਦਾਹਰਨਾਂ ਹਨ। ਕੁਝ ਧਾਤਾਂ ਅਤੇ ਧਾਤਾਂ ਵਿਚਲੇ ਗੁਣਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੂੰ ਉਪਧਾਤ ਜਾਂ ਫਿਰ ਅੰਗਰੇਜ਼ੀ ਵਿੱਚ ਮੈਟਲੋਇਡ। ਧਾਤ ਨੂੰ ਕੀ ਕਿਹਾ ਜਾਂਦਾ ਹੈ? ਮੈਟਲਸ। ਅਧਾਤ ਨਾਨ ਮੈਟਲ ਤੇ ਉਪਧਾਤ ਮੈਟਲੋਇਡਸ ਕਿਹਾ ਜਾਂਦਾ ਹੈ, ਜਿਵੇਂ ਕਿ ਬੋਰੋਨ, ਸਿਲੀਕਨ, ਜਰਮੇਨੀਅਮ ਆਦਿ। ਸੋ ਕੁਝ ਖਾਸ ਚੀਜ਼ਾਂ, ਕੁਝ ਰੋਚਕ ਤੱਤ, ਇਹਨਾਂ ਨੂੰ ਵੀ ਜਾਣੋ ਧਾਤਾਂ ਤੇ ਅਧਾਤਾਂ ਬਾਰੇ। ਹੁਣ ਤੱਕ ਗਿਆਤ ਤੱਤਾਂ ਦੀ ਗਿਣਤੀ 100 ਤੋਂ ਵੱਧ ਹੈ। ਇਹ 112 ਹੈ ਬੱਚਿਓ। ਇਹਨਾਂ ਵਿੱਚੋਂ 92 ਤੱਤ ਕੁਦਰਤੀ ਹਨ, ਜਦੋਂ ਕਿ ਬਾਕੀ ਮਾਨਵ ਨਿਰਮਿਤ ਹਨ। ਵਧੇਰੇ ਤੱਤ ਠੋਸ ਹੁੰਦੇ ਹਨ। 11 ਤੱਤ ਕਮਰੇ ਦੇ ਤਾਪਮਾਨ ਤੇ ਗੈਸਾਂ ਹਨ। 2 ਤੱਤ ਪਾਰਾ ਅਤੇ ਬ੍ਰੋਮੀਨ ਕਮਰੇ ਦੇ ਤਾਪਮਾਨ ਤੇ ਦ੍ਰਵ ਹਨ। ਗੈਲੀਅਮ ਅਤੇ ਸੀਜ਼ੀਅਮ ਤੱਤ ਕਮਰੇ ਦੇ ਤਾਪਮਾਨ ਯਾਨੀ ਕਿ 303 ਕੈਲਵਿਨ ਤੋਂ ਕੁਝ ਵੱਧ ਤਾਪਮਾਨ ਤੇ ਦ੍ਰਵ ਅਵਸਥਾ ਲੈ ਲੈਂਦੇ ਹਨ। ਸੋ ਇਹ ਜੋ 2 ਤੱਤ ਹਨ, ਇਹ ਕਮਰੇ ਦੇ ਤਾਪਮਾਨ ਤੇ ਜਿਸ ਤੋਂ ਥੋੜਾ ਵੱਧ ਇਹਨਾਂ ਨੂੰ ਤਾਪਮਾਨ ਮਿਲਦਾ ਹੈ ਤਾਂ ਇਹ ਦ੍ਰਵ ਅਵਸਥਾ ਲੈ ਲੈਂਦੇ ਹਨ। ਇਹ ਲਿਕੁਇਡ ਫਾਰਮ ਵਿੱਚ ਬਦਲ ਜਾਂਦੇ ਹਨ। ਸੋ ਇਹ ਕੁਝ ਇਨਫੋਰਮੇਸ਼ਨ ਤੱਤਾਂ ਬਾਰੇ ਜੋ ਕਿ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਯਾਦ ਕਰਨੀ ਹੈ ਅਤੇ ਹਮੇਸ਼ਾ ਹੀ ਯਾਦ ਰੱਖਣੀ ਹੈ, ਕਿਉਂਕਿ ਇਹ ਬੇਸ ਹੈ ਤੁਹਾਡੇ ਅੱਗੇ ਜਾ ਕੇ ਕੈਮਿਸਟਰੀ ਦਾ, ਰਸਾਇਣ ਵਿਗਿਆਨ ਦਾ। ਸੋ ਬੱਚਿਓ ਅੱਗੇ ਵਧਦੇ। ਸੋ ਯੌਗਿਕ ਕੀ ਹੈ? ਯੌਗਿਕ ਇੱਕ ਉਹ ਪਦਾਰਥ ਹੈ ਜੋ ਕਿ 2
ਜਾਂ 2 ਤੋਂ ਵੱਧ ਤੱਤਾਂ ਨਾਲ ਬਣਿਆ ਹੁੰਦਾ ਹੈ, ਪਰੰਤੂ ਇਸ ਵਿੱਚ ਜੋ ਇਹਨਾਂ ਦੀ ਬਣਤਰ ਹੈ ਉਹ ਇੱਕ ਕਿਸੇ ਨਿਸ਼ਚਿਤ ਰੇਸ਼ੋ, ਇੱਕ ਨਿਸ਼ਚਿਤ ਅਨੁਪਾਤ ਵਿੱਚ ਹੁੰਦੀ ਹੈ। ਸੋ ਇਹ ਜੋ ਗੁਣ ਹੈ ਯੌਗਿਕ ਦਾ, ਕੰਪਾਊਂਡ ਦਾ, ਇਹਨੂੰ ਅਸੀਂ ਕਿਵੇਂ ਦੇਖਾਂਗੇ, ਕਿਵੇਂ ਸਮਝਾਂਗੇ? ਕਿਰਿਆ 2.10 ਨਾਲ। ਜਮਾਤਾਂ ਨੂੰ 2 ਗਰੁੱਪਾਂ ਵਿੱਚ ਵੰਡੋ। ਦੋਹਾਂ ਗਰੁੱਪਾਂ ਨੂੰ 50 ਗ੍ਰਾਮ ਲੋਹ ਚੂਰਨ ਅਤੇ 3 ਗ੍ਰਾਮ ਸਲਫਰ ਇੱਕ ਚੀਨੀ ਦੀ ਪਿਆਲੀ ਵਿੱਚ ਦਿਓ। ਗਰੁੱਪ 1 ਗਰੁੱਪ 1 ਲੋਹ ਚੂਰਨ ਅਤੇ ਸਲਫਰ ਨੂੰ ਪੀਸ ਕੇ ਮਿਲਾਓ। ਗਰੁੱਪ 2 ਲੋਹ ਚੂਰਨ ਅਤੇ ਸਲਫਰ ਨੂੰ ਪੀਸ ਕੇ ਮਿਲਾਓ। ਮਿਸ਼ਰਣ ਨੂੰ ਤੀਬਰ ਤਾਪ ਤੇ ਲਾਲ ਹੋਣ ਤੱਕ ਗਰਮ ਕਰੋ। ਹੁਣ ਅੱਗ ਨੂੰ ਹਟਾ ਲਓ ਅਤੇ ਮਿਸ਼ਰਣ ਨੂੰ ਠੰਡਾ ਕਰ ਦਿਓ। ਸੋ ਇਹ ਤੁਸੀਂ ਅਲੱਗ-ਅਲੱਗ 2 ਗਰੁੱਪ ਬਣਾ ਕੇ ਉਹਨਾਂ ਨੂੰ ਲੋਹ ਚੂਰਨ ਅਤੇ ਸਲਫਰ ਨੂੰ ਨਾਲ ਅਲੱਗ-ਅਲੱਗ 2 ਕਿਰਿਆਵਾਂ ਕਰਨ ਲਈ ਕਹਿਣਾ। ਕੀ ਕਰਨਾ? ਪਹਿਲੇ ਗਰੁੱਪ ਨੇ ਲੋਹ ਚੂਰਨ ਅਤੇ ਸਲਫਰ ਨੂੰ ਸਿਰਫ ਕੁੱਟ ਕੇ ਮਿਲਾਣਾ ਹੀ ਹੈ, ਉਹਨਾਂ ਨੂੰ ਫਿਜ਼ੀਕਲੀ ਮਿਲਾਣਾ, ਭੌਤਿਕ ਤੌਰ ਤੇ ਮਿਲਾਣਾ। ਅਤੇ ਦੂਸਰੇ ਗਰੁੱਪ ਨੇ ਕੀ ਕਰਨਾ? ਇਹਨਾਂ ਦੋਨੇ ਚੀਜ਼ਾਂ ਨੂੰ, ਲੋਹ ਚੂਰਨ ਅਤੇ ਸਲਫਰ ਨੂੰ ਪੀਸ ਕੇ ਇਹਨਾਂ ਨੂੰ ਗਰਮ ਤੇਜ਼ ਆਂਚ ਤੇ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਗਰਮ ਕਰਨਾ ਅਤੇ ਇਹਨਾਂ ਨੂੰ ਰਸਾਇਣਿਕ ਕਿਰਿਆ ਕਰਨ ਦਾ ਮੌਕਾ ਦੇਣਾ। ਸੋ ਪਹਿਲੇ ਗਰੁੱਪ ਨੇ ਕੀ ਕੀਤਾ? ਇੱਕ ਭੌਤਿਕ ਕਿਰਿਆ ਕੀਤੀ ਹੈ ਅਤੇ ਦੂਜੇ ਗਰੁੱਪ ਨੇ ਇੱਕ ਰਸਾਇਣਿਕ ਕਿਰਿਆ ਕੀਤੀ ਹੈ। ਸੋ ਹੁਣ ਗਰੁੱਪ 1 ਅਤੇ 2 ਦੋਹਾਂ ਨੇ ਕੀ ਕਰਨਾ? ਪ੍ਰਾਪਤ ਸਮੱਗਰੀ ਵਿੱਚ ਚੁੰਬਕੀ ਗੁਣਾਂ ਦੀ ਪਰਖ ਕਰੋ। ਸੋ ਤੁਸੀਂ ਦੇਖੋਗੇ ਜੋ ਗਰੁੱਪ 1 ਵਾਲਾ ਜੋ ਮਿਕਸਚਰ ਹੈ, ਜੋ ਕਿ ਭੌਤਿਕ ਤਰੀਕੇ ਨਾਲ, ਭੌਤਿਕ ਤੌਰ ਤੇ ਮਿਲਿਆ ਹੋਇਆ ਹੈ, ਉਹ ਚੁੰਬਕੀ ਗੁਣਾਂ ਦਾ ਜੋ ਹੈ ਉਹ ਪ੍ਰਦਰਸ਼ਿਤ ਕਰੇਗਾ। ਉਸ ਵਿੱਚ ਤੁਸੀਂ ਚੁੰਬਕ ਰਾਹੀਂ ਲੋਹੇ ਨੂੰ ਅਲੱਗ ਕਰ ਸਕਦੇ ਹੋ। ਪਰੰਤੂ ਜੋ ਦੂਸਰਾ ਮਿਕਸਚਰ ਹੈ ਉਹਦੇ ਵਿੱਚ ਕੀ ਹੋਇਆ ਹੈ? ਜੋ ਲੋਹ ਚੂਰਨ, ਆਇਰਨ ਅਤੇ ਸਲਫਰ ਇਹ ਦੋਨੋਂ ਮਿਲ ਗਏ ਹਨ ਰਸਾਇਣਿਕ ਤੌਰ ਤੇ। ਇਹ ਕੀ ਕਰੇਗਾ? ਇਹ ਚੁੰਬਕੀ ਗੁਣ ਹਨ ਉਹਨਾਂ ਦਾ ਪ੍ਰਦਰਸ਼ਨ ਨਹੀਂ ਕਰੇਗਾ। ਸਮੱਗਰੀ ਦੇ ਨੇੜੇ ਇੱਕ ਚੁੰਬਕ ਲਿਆਓ। ਜਾਂਚ ਕਰੋ ਕਿ ਇਹ ਸਮੱਗਰੀ ਚੁੰਬਕ ਵੱਲ ਆਕਰਸ਼ਿਤ ਹੁੰਦੀ ਹੈ। ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ, ਇੱਕ ਜੋ ਸਮੱਗਰੀ ਹੈ ਉਹ ਆਕਰਸ਼ਿਤ ਹੋਵੇਗੀ ਅਤੇ ਦੂਜੀ ਨਹੀਂ ਹੋਵੇਗੀ। ਦੋਵਾਂ ਗਰੁੱਪਾਂ ਨੂੰ ਦੀ ਪ੍ਰਾਪਤ ਸਮੱਗਰੀ ਦੇ ਰੰਗ ਅਤੇ ਬਣਾਵਟ ਦੀ ਤੁਲਨਾ ਵੀ ਕਰੋ। ਇਹਨਾਂ ਦਾ ਜੋ ਰੰਗ ਅਤੇ ਬਣਾਵਟ ਹੈ ਉਹ ਵੀ ਬਿਲਕੁਲ ਅਲੱਗ ਹੋਵੇਗੀ। ਪ੍ਰਾਪਤ ਸਮੱਗਰੀ ਦੇ ਇੱਕ ਭਾਗ ਵਿੱਚ ਕਾਰਬਨ ਡਾਈਸਲਫਾਈਡ ਮਿਲਾਓ। ਮਿਸ਼ਰਣ ਚੰਗੀ ਤਰ੍ਹਾਂ ਮਿਲਾਓ ਅਤੇ ਫਿਲਟਰ ਕਰੋ। ਪ੍ਰਾਪਤ ਪਦਾਰਥ ਦੇ ਦੂਜੇ ਭਾਗ ਵਿੱਚ ਪਤਲਾ ਸਲਫਿਊਰਿਕ ਐਸਿਡ ਜਾਂ ਪਤਲਾ ਹਾਈਡਰੋਕਲੋਰਿਕ ਐਸਿਡ ਮਿਲਾਓ। ਇਸ ਕਿਰਿਆ ਲਈ ਅਧਿਆਪਕ ਦਾ ਨਿਰਦੇਸ਼ਨ ਜ਼ਰੂਰੀ ਹੈ। ਤੁਸੀਂ ਜਦੋਂ ਵੀ ਤੁਸੀਂ ਐਸਿਡਸ ਨਾਲ ਕੰਮ ਕਰ ਰਹੇ ਹੋ, ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ, ਕੋਈ ਕਿਰਿਆ ਕਰ ਰਹੇ ਹੋ, ਤਾਂ ਉੱਥੇ ਤੁਹਾਡੇ ਅਧਿਆਪਕ ਜਾਂ ਕਿਸੇ ਵੱਡੇ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਐਸਿਡਸ ਹਨ ਉਹ ਹਾਨੀਕਾਰਕ ਹੋ ਸਕਦੇ ਹਨ। ਸੋ ਆਓ ਦੇਖਦੇ ਹਾਂ ਕਿ ਕੀ ਹੁੰਦਾ ਬੱਚਿਓ। ਕਿ ਦੋਹਾਂ ਗਰੁੱਪਾਂ ਤੋਂ ਪ੍ਰਾਪਤ ਸਮੱਗਰੀ ਵੇਖਣ ਵਿੱਚ ਇੱਕ ਸਮਾਨ ਹੈ? ਬਿਲਕੁਲ ਨਹੀਂ ਬੱਚਿਓ, ਇਹਨਾਂ ਦੇ ਰੰਗ ਵਿੱਚ ਬਿਲਕੁਲ ਡਿਫਰੈਂਸ ਹੋਏਗਾ। ਕਿਸ ਗਰੁੱਪ ਤੋਂ ਪ੍ਰਾਪਤ ਸਮੱਗਰੀ ਵਿੱਚ ਚੁੰਬਕੀ ਗੁਣ ਮੌਜੂਦ ਹੋਣਗੇ? ਜੋ ਗਰੁੱਪ 1 ਹੈ, ਜੋ ਗਰੁੱਪ 1 ਹੈ, ਉਸ ਵਿੱਚ ਉਸ ਦੀ ਸਮੱਗਰੀ ਵਿੱਚ ਚੁੰਬਕੀ ਗੁਣ ਮੌਜੂਦ ਹੋਣਗੇ। ਕਿ ਪਤਲਾ ਸਲਫਿਊਰਿਕ ਐਸਿਡ ਜਾਂ ਪਤਲਾ ਹਾਈਡਰੋਕਲੋਰਿਕ ਐਸਿਡ ਸਮੱਗਰੀ ਵਿੱਚ ਪਾਉਣ ਨਾਲ ਦੋਹਾਂ ਗਰੁੱਪਾਂ ਨੂੰ ਗੈਸ ਪ੍ਰਾਪਤੀ ਹੁੰਦੀ ਹੈ? ਕਿ ਦੋਹਾਂ ਹਾਲਤਾਂ ਵਿੱਚ ਪ੍ਰਾਪਤ ਗੈਸ ਦੀ ਗੰਧ ਸਮਾਨ ਹੈ ਜਾਂ ਵੱਖ-ਵੱਖ ਹੈ? ਸੋ ਇਹਦੇ ਰਿਜ਼ਲਟ ਤੁਸੀਂ ਇੱਧਰ ਸਾਹਮਣੇ ਦੇਖ ਸਕਦੇ ਹੋ। ਗਰੁੱਪ 1 ਨੂੰ ਪ੍ਰਾਪਤ ਗੈਸ ਹਾਈਡਰੋਜਨ ਹੈ। ਇਹ ਰੰਗਹੀਣ, ਗੰਧਹੀਣ ਅਤੇ ਜਲਨਸ਼ੀਲ ਹੁੰਦੀ ਹੈ, ਜੋ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਇਹ ਪੌਪ ਧੁਨੀ ਕਰਕੇ ਜਲਦੀ ਹੈ। ਗਰੁੱਪ 2 ਨੂੰ ਪ੍ਰਾਪਤ ਗੈਸ ਹਾਈਡਰੋਜਨ ਸਲਫਾਈਡ ਹੈ। ਇਹ ਰੰਗਹੀਣ ਗੈਸ ਹੈ ਅਤੇ ਇਸ ਦੀ ਗੰਧ ਜੋ ਹੈ ਉਹ ਸੜੇ ਅੰਡੇ ਜਿਹੀ ਹੁੰਦੀ ਹੈ। ਤੁਸੀਂ ਵੇਖਿਆ ਕਿ ਦੋਹਾਂ ਗਰੁੱਪਾਂ ਤੋਂ ਪ੍ਰਾਪਤ ਪਦਾਰਥ ਭਿੰਨ ਗੁਣਾਂ ਨੂੰ ਦਰਸਾਉਂਦੇ ਹਨ, ਭਾਵੇਂ ਸ਼ੁਰੂ ਵਿੱਚ ਦਿੱਤੇ ਗਏ ਪਦਾਰਥ ਸਮਾਨ ਸਨ। ਗਰੁੱਪ 1 ਦੀ ਕਿਰਿਆ ਅਤੇ ਦੇ ਫਲਸਰੂਪ ਭੌਤਿਕ ਪਰਿਵਰਤਨ ਹੋਇਆ, ਜਦੋਂ ਕਿ ਗਰੁੱਪ 2 ਦੀ ਕਿਰਿਆ ਦੇ ਫਲਸਰੂਪ ਰਾਸਾਇਣਿਕ ਪਰਿਵਰਤਨ ਹੋਇਆ। ਸੋ ਜਦੋਂ ਤੁਸੀਂ ਲੋਹ ਚੂਰਨ ਅਤੇ ਸਲਫਰ ਨੂੰ ਮਿਲਾਇਆ ਸੀ ਪੀਸ ਕੇ, ਤਾਂ ਉਹ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ, ਕਿਸ ਤਰ੍ਹਾਂ ਦਾ ਪਰਿਵਰਤਨ ਸੀ, ਕਿਸ ਤਰ੍ਹਾਂ ਦੀ ਚੇਂਜ ਸੀ? ਉਹ ਫਿਜ਼ੀਕਲ, ਭੌਤਿਕ ਸੀ। ਪਰੰਤੂ ਜਦੋਂ ਤੁਸੀਂ ਇਹਨਾਂ ਦੋਹਾਂ ਨੂੰ ਤੇਜ਼ ਆਂਚ ਤੇ ਗਰਮ ਕੀਤਾ ਤਾਂ ਹੋਇਆ ਕਿ ਇਹ ਆਪਸ ਵਿੱਚ ਜੁੜ ਗਏ, ਯੌਗਿਕ ਬਣ ਗਏ, ਕੰਪਾਊਂਡ ਬਣ ਗਏ, ਤੇ ਜੋ ਇਹ ਕਿਰਿਆ ਸੀ, ਜੋ ਇਹ ਪਰਿਵਰਤਨ ਸੀ, ਇਹ ਰਸਾਇਣਿਕ ਸੀ, ਇਹ ਜੋ ਚੇਂਜ ਸੀ ਇਹ ਕੈਮੀਕਲ ਸੀ। ਸੋ ਛੋਟੀ ਦਿਖਦੀ। ਗਰੁੱਪ 1 ਤੋਂ ਪ੍ਰਾਪਤ ਸਮੱਗਰੀ 2 ਪਦਾਰਥਾਂ ਦਾ ਮਿਸ਼ਰਣ ਹੈ। ਦਿੱਤੇ ਗਏ ਪਦਾਰਥ ਲੋਹਾ ਅਤੇ ਸਲਫਰ ਹਨ। ਮਿਸ਼ਰਣ ਦੇ ਗੁਣ ਉਸ ਵਿਚਲੇ ਘਟਕਾਂ ਵਾਲੇ ਹੀ ਹੁੰਦੇ ਹਨ। ਇਹੀ ਕਾਰਨ ਹੈ ਜੋ ਇਸ ਮਿਸ਼ਰਣ ਵਿੱਚ ਲੋਹਾ ਸੀ ਉਹ ਚੁੰਬਕ ਨਾਲ ਕਿਰਿਆ ਕਰ ਰਿਹਾ ਸੀ। ਗਰੁੱਪ 2 ਤੋਂ ਮਿਲਣ ਵਾਲੀ ਸਮੱਗਰੀ ਇੱਕ ਕੰਪਾਊਂਡ ਹੈ, ਉਹ ਯੌਗਿਕ ਹੈ। ਦੋਹਾਂ ਤੱਤਾਂ ਨੂੰ ਤੀਬਰਤਾ ਨਾਲ ਗਰਮ ਕਰਨ ਤੇ ਅਸੀਂ ਯੌਗਿਕ ਪ੍ਰਾਪਤ ਕੀਤਾ, ਜਿਸ ਦੇ ਗੁਣ ਉਸ ਦੇ ਤੱਤਾਂ ਤੋਂ ਪੂਰੀ ਤਰ੍ਹਾਂ ਅਲੱਗ ਸਨ। ਸੋ ਇਸ ਬਾਰੇ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਅਸੀਂ ਲੋਹ ਚੂਰਨ ਅਤੇ ਸਲਫਰ ਨੂੰ ਮਿਕਸ ਕਰਕੇ ਪੀਸ ਕੇ ਉਸ ਨੂੰ ਤੀਬਰ ਆਂਚ ਤੇ ਗਰਮ ਕੀਤਾ ਤਾਂ ਉਹ ਇੱਕ ਯੌਗਿਕ ਬਣ ਗਿਆ, ਜਿਸ ਨੂੰ ਕਿ ਅਸੀਂ ਕੀ ਕਹਾਂਗੇ? ਫੈਰਸ ਸਲਫਾਈਡ।
ਸੋ ਇਹੀ ਕਾਰਨ ਸੀ ਕਿ ਇਸ ਦੇ ਜੋ ਗੁਣ ਸਨ ਇਸ ਦੇ ਤੱਤਾਂ ਤੋਂ, ਇਸ ਦੇ ਮੁੱਢਲੇ ਤੱਤਾਂ ਤੋਂ ਬਿਲਕੁਲ ਹੀ ਅਲੱਗ ਸਨ। ਇਹੀ ਕਾਰਨ ਸੀ ਕਿ ਇਸਨੇ ਚੁੰਬਕ ਨਾਲ ਕੋਈ ਕਿਰਿਆ ਨਹੀਂ ਕੀਤੀ। ਸੋ ਲੈਸਨ ਦੇ ਅਗਲੇ ਭਾਗ ਵਿੱਚ ਅਸੀਂ ਦੇਖਾਂਗੇ ਮਿਸ਼ਰਣ ਦੇ ਯੌਗਿਕ ਦੀ ਪਰਿਭਾਸ਼ਾ ਅਤੇ ਇਹਨਾਂ ਦੇ ਅੰਤਰ। ਨੰਬਰ 1, 2 ਜਾਂ 2 ਤੋਂ ਵੱਧ ਤੱਤ ਨਾਲ ਯੌਗਿਕ ਕੇਵਲ ਮਿਸ਼ਰਣ ਬਣਾਉਣ ਦੇ ਲਈ ਮਿਲਦੇ ਹਨ, ਪਰ ਕਿਸੇ ਨਵੇਂ ਯੌਗਿਕ ਦਾ ਨਿਰਮਾਣ ਨਹੀਂ ਕਰਦੇ। ਮਿਸ਼ਰਣ 'ਚ ਕੀ ਹੁੰਦਾ ਹੈ, 2 ਜਾਂ 2 ਤੋਂ ਵੱਧ ਤੱਤ ਮਿਲਦੇ ਹਨ, ਉਹ ਮਿਸ਼ਰਣ ਬਣਾਉਂਦੇ ਹਨ, ਪਰੰਤੂ ਕੋਈ ਨਵੀਂ ਚੀਜ਼, ਕੋਈ ਨਵਾਂ ਯੌਗਿਕ ਨਹੀਂ ਬਣਾਉਂਦੇ। ਇਸ ਦੇ ਉਲਟ 2 ਜਾਂ 2 ਤੋਂ ਵੱਧ ਤੱਤ ਇੱਕ ਖਾਸ ਅਨੁਪਾਤ ਵਿੱਚ ਕਿਰਿਆ ਕਰਕੇ ਨਵੇਂ ਯੌਗਿਕ ਦਾ ਨਿਰਮਾਣ ਕਰਦੇ ਹਨ। ਮਿਸ਼ਰਣ ਵਿੱਚ ਕੀ ਹੁੰਦਾ ਹੈ, ਮਿਸ਼ਰਣ ਦੀ ਬਣਤਰ ਬਦਲਦੀ ਰਹਿੰਦੀ ਹੈ। ਤੁਸੀਂ ਇਸ ਵਿੱਚ ਕਿਸੇ ਵੀ ਅਨੁਪਾਤ ਵਿੱਚ ਕੋਈ ਵੀ ਸਮੱਗਰੀ ਪਾ ਸਕਦੇ ਹੋ। ਤੱਤਾਂ ਦਾ ਜੋ ਬਣਤਰ ਹੈ, ਜੋ ਅਨੁਪਾਤ ਹੈ, ਉਹ ਵੱਧ ਘੱਟ ਹੋ ਸਕਦਾ ਹੈ, ਪਰੰਤੂ ਯੌਗਿਕ ਵਿੱਚ ਕੀ ਹੁੰਦਾ ਹੈ, ਨਵੇਂ ਪਦਾਰਥ ਦੀ ਬਣਤਰ ਹਮੇਸ਼ਾ ਸਥਾਈ ਹੁੰਦੀ ਹੈ। ਇਹ ਇੱਕ ਫਿਕਸ ਰੇਸ਼ੋ ਵਿੱਚ ਬਣਦੇ ਹਨ, ਇਹਨਾਂ ਦੀ ਜੋ ਬਣਤਰ ਹੈ ਉਹ ਬਦਲਦੀ ਨਹੀਂ। ਅਗਲਾ ਪੁਆਇੰਟ, ਮਿਸ਼ਰਣ ਉਸਦੇ ਮਿਲਣ ਵਾਲੇ ਘਟਕਾਂ ਦੇ ਗੁਣਾਂ ਨੂੰ ਦਰਸਾਉਂਦੇ ਹਨ। ਜਿਵੇਂ ਤੁਸੀਂ ਦੇਖਿਆ ਸੀ ਕਿਰਿਆ ਵਿੱਚ, ਜੋ ਲੋਹ ਚੂਰਨ ਅਤੇ ਸਲਫਰ ਦਾ ਮਿਕਸਚਰ ਸੀ ਉਹ ਚੁੰਬਕੀ ਸੀਗਾ। ਇਹਦਾ ਕਾਰਨ ਕੀ ਹੈ, ਇਹਦਾ ਕਾਰਨ ਇਹੀ ਸੀ ਕਿ ਜੋ ਮਿਸ਼ਰਣ ਹੈ ਉਹ ਆਪਣੇ ਘਟਕਾਂ ਦੇ ਗੁਣਾਂ ਨੂੰ ਦਰਸਾਉਂਦਾ ਹੈ। ਇਸ ਦੇ ਉਲਟ ਨਵੇਂ ਬਣੇ ਪਦਾਰਥ ਦੇ ਗੁਣ ਪੂਰੀ ਤਰ੍ਹਾਂ ਅਲੱਗ ਹੁੰਦੇ ਹਨ। ਇਹ ਵੀ ਅਸੀਂ ਪਿਛਲੀ ਕਿਰਿਆ ਵਿੱਚ ਸਿੱਧ ਕਰ ਚੁੱਕੇ ਹਾਂ। ਨੰਬਰ 4, ਘਟਕਾਂ ਨੂੰ ਭੌਤਿਕ ਵਿਧੀਆਂ ਰਾਹੀਂ ਆਸਾਨੀ ਨਾਲ ਨਿਖੇੜਿਆ ਜਾ ਸਕਦਾ ਹੈ। ਕਿਉਂਕਿ ਇਹ ਇੱਕ ਭੌਤਿਕ ਮਿਕਸਚਰ ਹੈ, ਇਸ ਨੂੰ ਬੜੀਆਂ ਹੀ ਸਿੰਪਲ ਕਿਰਿਆਵਾਂ ਨਾਲ ਅਲੱਗ-ਅਲੱਗ ਕੀਤਾ ਜਾ ਸਕਦਾ ਹੈ, ਪਰੰਤੂ ਇਸ ਦੇ ਉਲਟ ਘਟਕਾਂ ਨੂੰ ਕੇਵਲ ਰਸਾਇਣਿਕ ਜਾਂ ਬਿਜਲਈ ਰਸਾਇਣਿਕ ਪ੍ਰਤੀਕਿਰਿਆ ਰਾਹੀਂ ਹੀ ਨਿਖੇੜਿਆ ਜਾ ਸਕਦਾ ਹੈ। ਕਿਉਂਕਿ ਕੰਪਾਊਂਡ ਜੋ ਹਨ ਉਹ ਬਿਲਕੁਲ ਹੀ ਇੱਕ ਨਵਾਂ ਪਦਾਰਥ ਦਾ ਰੂਪ ਲੈ ਲੈਂਦੇ ਹਨ। ਇਹੀ ਕਾਰਨ ਹੈ ਕਿ ਇਹਨਾਂ ਨੂੰ ਸਰਲ ਤਰੀਕਿਆਂ ਨਾਲ ਨਿਖੇੜਨ ਇਹਨਾਂ ਦਾ ਨਹੀਂ ਕੀਤਾ ਜਾ ਸਕਦਾ। ਇਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ, ਨਿਖੇੜਨ ਵਾਸਤੇ ਤੁਹਾਨੂੰ ਕੰਪਲੈਕਸ ਕੈਮੀਕਲ ਰਿਐਕਸ਼ਨ ਕਰਨੇ ਪੈਂਦੇ ਹਨ ਜਾਂ ਫਿਰ ਬਿਜਲਈ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਸੋ ਬੱਚਿਓ ਕੀ ਦੇਖਦੇ, ਲੈਸਨ ਦਾ ਅਗਲਾ ਭਾਗ ਇੱਕ ਫਲੋ ਚਾਰਟ ਤੁਹਾਨੂੰ ਹੋਰ ਪਦਾਰਥ ਅਤੇ ਇਸ ਦੀ ਵਰਗੀਕਰਨ, ਇਸ ਦੀ ਵੰਡ ਬਾਰੇ ਹੋਰ ਸਮਝਾਉਣ ਲਈ ਦਿੱਤਾ ਗਿਆ। ਆਓ ਇਸ ਨੂੰ ਧਿਆਨ ਨਾਲ ਦੇਖਦੇ ਹਾਂ। ਪਦਾਰਥ ਕਿੰਨੇ ਕਿਸਮ ਦੇ ਹੁੰਦੇ ਹਨ, ਠੋਸ, ਦ੍ਰਵ ਜਾਂ ਗੈਸ। ਇਹਨਾਂ ਨੂੰ ਕਿਹਨਾਂ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜੋ ਦ੍ਰਵ, ਗੈਸ ਜਾਂ ਠੋਸ ਪਦਾਰਥ ਹਨ ਉਹ ਕਿਹਨਾਂ ਦੋ ਕਿਸਮਾਂ ਦੇ ਹੋ ਸਕਦੇ ਹਨ, ਜਾਂ ਉਹ ਸ਼ੁੱਧ ਹੋ ਸਕਦੇ ਹਨ ਜਾਂ ਫਿਰ ਉਹ ਮਿਸ਼ਰਣ ਹੋ ਸਕਦੇ ਹਨ। ਸ਼ੁੱਧ ਪਦਾਰਥਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਤੱਤ ਜਾਂ ਫਿਰ ਯੌਗਿਕ। ਇਸ ਦੇ ਉਲਟ ਜੋ ਮਿਸ਼ਰਣ ਹਨ ਉਹ ਦੋ ਤਰ੍ਹਾਂ ਦੇ ਹੁੰਦੇ ਹਨ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਇਹ ਹੋਮੋਜੀਨਸ ਸਮੰਗੀ ਜਾਂ ਫਿਰ ਵਿਖਮੰਗੀ ਹੈਟਰੋਜੀਨਸ। ਜੋ ਸ਼ੁੱਧ ਤੱਤ ਹਨ ਉਹ ਸਰਲ ਪਦਾਰਥਾਂ ਵਿੱਚ ਵੰਡੇ ਨਹੀਂ ਜਾ ਸਕਦੇ ਅਤੇ ਉਦਾਹਰਨ ਇਹਨਾਂ ਦੇ ਕੀ ਹਨ, ਕਾਪਰ, ਆਕਸੀਜਨ, ਲੋਹਾ, ਹਾਈਡਰੋਜਨ, ਪਾਰਾ ਆਦਿ। ਤੇ ਇਸ ਦੇ ਬਾਅਦ ਜੋ ਯੌਗਿਕ ਹਨ ਉਹ ਨਿਸ਼ਚਿਤ, ਉਹਨਾਂ ਦੀ ਬਣਤਰ ਜੋ ਹੈ ਨਿਸ਼ਚਿਤ ਹੁੰਦੀ ਹੈ। ਉਹ 2 ਜਾਂ 2 ਤੋਂ ਵੱਧ ਤੱਤਾਂ ਤੋਂ ਬਣੇ ਹੁੰਦੇ ਹਨ ਅਤੇ ਉਹਨਾਂ ਨੂੰ ਆਮ ਕਿਰਿਆ ਰਾਹੀਂ ਅਲੱਗ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਕੰਪਲੈਕਸ ਰਿਐਕਸ਼ਨਸ, ਕੈਮੀਕਲ ਰਿਐਕਸ਼ਨਸ, ਰਸਾਇਣਿਕ ਕਿਰਿਆਵਾਂ ਜਾਂ ਫਿਰ ਬਿਜਲਈ ਰਸਾਇਣਿਕ ਕਿਰਿਆਵਾਂ ਰਾਹੀਂ ਹੀ ਅਲੱਗ ਕੀਤਾ ਜਾ ਸਕਦਾ ਹੈ। ਇਹਨਾਂ ਦੀਆਂ ਉਦਾਹਰਨਾਂ ਹਨ ਪਾਣੀ, ਮੀਥੇਨ ਗੈਸ, ਚੀਨੀ, ਨਮਕ। ਤੇ ਇੱਧਰ ਆ ਜਾਈਏ ਆਪਾਂ ਮਿਸ਼ਰਣਾਂ ਦੇ ਵੱਲ। ਮਿਸ਼ਰਣ ਸਮੰਗੀ ਅਤੇ ਵਿਖਮੰਗੀ ਹੁੰਦੇ ਹਨ। ਇਹਨਾਂ ਦੀਆਂ ਸਮੰਗੀ ਦਾ ਗੁਣ ਕੀ ਹੈ, ਸਮਾਨ ਬਣਤਰ, ਜੋ ਕਿ ਇਹਦਾ ਨਾਮ ਹੀ ਦੱਸਦਾ ਹੈ। ਸਮੰਗੀ ਦਾ ਮਤਲਬ ਸਮਾਨ ਬਣਤਰ, ਵਿਖਮੰਗੀ ਅਸਮਾਨ ਬਣਤਰ। ਇਹਨਾਂ ਦੀਆਂ ਉਦਾਹਰਨਾਂ ਨੀਚੇ ਦਿੱਤੀਆਂ ਗਈਆਂ ਹਨ, ਜਿਹੜੀਆਂ ਕਿ ਲੈਸਨ ਦੇ ਦੌਰਾਨ ਅਸੀਂ ਬਹੁਤ ਵਾਰ ਡਿਸਕਸ ਕੀਤੀਆਂ ਹਨ, ਪੜ੍ਹੀਆਂ ਹਨ। ਉਦਾਹਰਨਾਂ ਸਮੰਗੀ ਮਿਸ਼ਰਣ ਦੀਆਂ, ਪਾਣੀ ਵਿੱਚ ਚੀਨੀ, ਪਾਣੀ ਵਿੱਚ ਨਮਕ, ਕਾਰਬਨ ਡਾਈਆਕਸਾਈਡ ਵਿੱਚ ਸਲਫਰ, ਪਾਣੀ ਅਤੇ ਅਲਕੋਹਲ ਆਦਿ। ਅਸੀਂ ਇਹ ਸਾਰੀਆਂ ਐਗਜ਼ਾਮਪਲਸ ਲੈਸਨ ਦੇ ਦੌਰਾਨ ਪੜ੍ਹੀਆਂ ਸੀ। ਵਿਖਮੰਗੀ ਮਿਸ਼ਰਣ ਦੀਆਂ ਐਗਜ਼ਾਮਪਲਸ ਰੇਤ ਅਤੇ ਨਮਕ, ਚੀਨੀ ਅਤੇ ਨਮਕ, ਲੱਕੜ, ਖੂਨ, ਤੇਲ ਵਿੱਚ ਪਾਣੀ। ਸੋ ਇਹ ਜੋ ਉਦਾਹਰਨਾਂ ਹਨ ਇਹ ਕਿਸ ਦੀਆਂ ਹਨ, ਇਹ ਹੈਟਰੋਜੀਨਸ ਮਿਕਸਚਰ, ਇੰਗਲਿਸ਼ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਹੈਟਰੋਜੀਨਸ ਮਿਕਸਚਰ, ਪੰਜਾਬੀ ਵਿੱਚ ਕਹਾਂਗੇ ਵਿਖਮੰਗੀ ਮਿਸ਼ਰਣ। ਸੋ ਇਸ ਦੇ ਨਾਲ ਹੀ ਬੱਚਿਓ ਜੋ ਲੈਸਨ ਦਾ ਦੂਜਾ ਭਾਗ ਇਹ ਵੀ ਖਤਮ ਹੁੰਦਾ ਹੈ। ਇਸ ਦੇ ਨਾਲ ਜੋ ਚੈਪਟਰ 2, ਇਹ ਬਹੁਤ ਹੀ ਇੰਪੋਰਟੈਂਟ ਚੈਪਟਰ ਹੈ, ਬਹੁਤ ਹੀ ਮਹੱਤਵਪੂਰਨ ਚੈਪਟਰ ਹੈ। ਇਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ। ਚੈਪਟਰ 2 ਜੋ ਹੈ ਖਤਮ ਹੁੰਦਾ ਹੈ। ਇਹ ਕਹਿੰਦੇ ਹੋਏ ਤੁਹਾਡੇ ਤੋਂ ਮੈਂ ਵਿਦਾ ਲੈਣਾ ਬੱਚਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।